KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:28 ਹੋ ਗਏ, 2 ਮਿੰਟ ਪਹਿਲਾਂ ਜੋੜ ਲਿਆ। ਅੱਜ ਯੱਕਾ ਤੇ 25 ਅਕਤੂਬਰ ਹੈ, ਵਰਾ 2021 ਦਾ ਸੋਮਵਾਰ ਹੈ। 9 ਕੱਤਕ ਨਾਨਕਸ਼ੇ ਸੰਮਤ 553 ਜਮਾਈ ਨਾਲ ਬੈਠਾ ਬੈਠਕ 'ਚ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। BC ਦੇ ਵਿੱਚ ਠੱਕਾ ਵਗਦਾ ਬਹੁਤ, ਧਰਮ ਨਾਲ ਠੰਡ ਬਹੁਤ ਹੋ ਗਈ। ਭਿੰਦਰ ਬਾਈ ਦੀ ਵੀ ਗੱਲ ਸੁਣਾਵਾ, ਪਿੰਡ ਵਾਲੇ ਦੀ, ਠੱਕੇ ਵਾਲੇ ਦੀ, ਗਾਹਾਂ ਵਾਲੇ ਸੁਣਾਉਣਾ। ਤੇ ਫਿਰ ਅੱਜ ਗੱਲਬਾਤ ਆਪਾਂ ਇਹ ਕਰਨੀ ਹੈ ਵੀ ਭਲਾ ਇੱਥੇ ਵੀ ਸਿਫਾਰਸ਼ ਦੇ ਨਾਲ ਇਹਨਾਂ ਦੇਸ਼ਾਂ 'ਚ, ਮੁਲਕਾਂ 'ਚ ਵੀ ਕੰਮ ਹੋ ਜਾਂਦਾ। ਮੈਂ ਦੇ ਕੇ ਕੁਛ ਮੁੱਠੀ ਗਰਮ ਹੋਏ ਤੇ ਗੱਲਬਾਤ ਕਰੂੰਗਾ। ਨਾਲ ਹੀ ਸਰੀ ਦੇ ਵਿੱਚ ਜਿਹੜੀਆਂ ਬੇਸਮੈਂਟ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਉਹਦੇ ਤੇ ਆਪਾਂ ਕਹਿੰਦੇ ਭਾਈਚਾਰਾ ਆਪਣਾ ਅੱਗੇ ਨਹੀਂ ਆਉਂਦਾ। ਕਲੋਵਰਡੇਲ ਦੀ ਇੱਕ ਘਟਨਾ ਹੋਈ ਹੈ ਤੇ ਉਹਦੇ 'ਚ ਆਪਣੇ ਬਣਾਉਣ ਵਾਲਿਆਂ ਤੇ ਆਪਣੀ ਨੇ ਕੰਪਲੇਨ ਕੀਤੀ ਹੈ ਤੇ ਉਹ ਖਬਰ ਸਰੀ ਨਾਓ ਲੀਡਰਸ਼ਿਪ ਹੀ ਹੈ। ਤੁਹਾਨੂੰ ਉਸ ਦੇ ਬਾਰੇ ਗੱਲਬਾਤ ਕਰਾਂਗਾ, ਸਾਂਝੀਆਂ ਜਿਹੀਆਂ ਗੱਲਾਂ ਤੋਰਾਂਗੇ। 1844 247 1550 1844 247 1550 ऑन एयर नंबर रहेगा। ਕਿੱਥੇ ਉਹ ਸ਼ੇਰਨੀਆਂ ਦੇ ਜਾਇਓ, ਪੇਗਾਂ ਗਾਤਰਿਆਂ ਵਿੱਚ ਪਾਇਓ, ਪੈ ਗਈਆਂ ਖੋਪੜੀਆਂ ਵਿੱਚ ਗੰਢਾਂ, ਤਾਣੇ ਉਲਝ ਗਏ ਸੁਲਝਾਇਓ। ਕਿੱਥੇ ਉਹ ਸ਼ੇਰਨੀਆਂ ਦੇ ਜਾਇਓ, ਤੇਗਾਂ ਗਾਤਰਿਆਂ ਵਿੱਚ ਪਾਇਓ। ਸਮੇਂ ਦੀਆਂ ਤਾਂਘਾਂ ਮੋੜ ਲਓ ਵਾਂਗਾਂ, ਸਮੇਂ ਦੀਆਂ ਤਾਂਘਾਂ ਮੋੜ ਲਓ ਵਾਂਗਾਂ, ਅਟਕਣਾ ਅੜਦੇ ਜਦੋਂ ਅਸੀਂ ਚੜ੍ਹਦੇ ਪਿਸ਼ੌਰੀ ਵੜਦੇ, ਸ਼ੇਰ ਬਣ ਲੜਕੇ ਕਾਬਲ ਤੱਕ ਮਾਰਾਂ। ਉਹ ਤਖਤ ਲਾਹੌਰ ਕਰੋ ਖਾਂ ਗੌਰ ਕੇਸਰੀ, ਝੰਡੇ ਖੜਕਦੇ ਕੰਡੇ ਭੁੱਲੇ ਸਰਕਾਰਾਂ। ਨਾ ਹੀ ਜਰਕਾ ਨਾ ਹੀ ਵੜਕਾਂ, ਭੁੱਲੀਆਂ ਇਸ ਧਰਤ ਨੂੰ ਮੜਕਾਂ। ਜਦੋਂ ਵੀ ਅਣਖ ਲਹੂ ਚੋਂ ਮੁੱਕੇ ਹੀ ਜਿਹੜੇ ਬਣ ਜਾਂਦੇ ਨੇ ਗੁੱਸੇ, ਹੋਣੀ ਦੇ ਕਾਰੇ ਹੋ ਗਏ ਨੇ ਭਾਰੇ, ਆ ਗੇੜ ਘਮਾਇਓ। ਉਹ ਕਿੱਥੇ ਉਹ ਸ਼ੇਰਨੀਆਂ ਦੇ ਜਾਇਓ, ਤੇਗਾਂ ਗਾਤਰਿਆਂ ਵਿੱਚ ਪਾਇਓ। ਜੋ ਕਰੀਆਂ ਚਾਲਾਂ ਮੱਠੀਆਂ ਪੰਧ ਲਮੇਰੇ ਨੇ, ਇਸ ਧਰਤ ਦੇ ਸੂਰਜ ਕਾਲੇ ਪਏ ਹਨੇਰੇ ਨੇ। ਪਲਟਿਓ ਪਾਸੇ ਚੰਡ ਗੰਡਾਸੇ, ਰਤ ਨਿਚੋੜੀ ਹਾਕਮ ਕੋੜੀ, ਝਾੜ ਕੇ ਧੌੜੀ ਪਾ ਲਵੋ ਮੋੜੀ। ਬਾਟਾਂ ਨੂੰ ਗਾਹ ਦਿਓ ਲੱਦੀ ਦੇ ਦੁੱਲਿਓ, ਪਿੱਛਾ ਨਾ ਭੁੱਲਿਓ ਨਗੋ, ਅਣਮੁੱਲਿਓ ਨੇਰੀ ਬਣ ਝੁੱਲਿਓ ਤੇ ਕਿੰਗਰੇ ਢਾ ਦਿਓ। ਆ ਜੰਮੀ ਧੂੜ ਮਿਆਨਾਂ ਤੇ ਦਿਓ ਚੁੰਮਣਾ ਕਿਰਪਾਨਾਂ ਤੇ, ਜਿਸ ਪੱਟਿਆ ਬੂਟਾ ਕਾਹੀ ਦਾ ਇੱਕ ਤੀਰ, ਉਹ ਸੰਤ ਸਿਪਾਹੀ ਦਾ ਮਗਜ ਵਿੱਚ ਰੱਖਿਓ, ਨਿਸ਼ਾਨੇ ਤੱਕਿਓ ਨਾ ਹੋਸ਼ ਗਵਾਇਓ। ਕਿੱਥੇ ਉਹ ਸ਼ੇਰਨੀਆਂ ਦੇ ਜਾਇਓ ਤੇ ਤੇਗਾਂ ਗਾਤਰਿਆਂ ਵਿੱਚ ਪਾਇਓ। ਅੱਜ ਫਸਲਾਂ ਦੇ ਨਾਲ ਨਸਾਂ ਦਾ ਤੇ ਲੱਗੀਆਂ ਨੇ, ਆ ਸੁੱਤੇ ਪਿਆਂ ਨੂੰ ਠੱਗੀਆਂ ਤੁਹਾਨੂੰ ਵੱਜੀਆਂ ਨੇ। ਸੁਸਤੀਆਂ ਟੰਗ ਦਿਓ, ਬਦਨ ਹੁਣ ਛੰਡ ਦਿਓ। ਫੜੋ ਰਫਤਾਰਾਂ ਮਾਰ ਲਓ ਮਾਰਾ, ਹਰਾ ਦਿਓ ਹਾਰਾ ਨਾਲ ਵਿਚਾਰਾ। ਕਿਹੜਾ ਜੋ ਡੱਕੇ ਸ਼ਾਹ ਸਵਾਰੋ ਸ਼ੇਰ ਸਰਦਾਰੋ, ਮਾਰਾ ਜਾਂ ਮਾਰੋ ਅੰਬਰ ਦੇ ਪਾਰੋ, ਮੋੜ ਦਿਓ ਨੱਕੇ। ਲਿਖਤਾਂ ਦੇ ਜ਼ਹਿਰੀ ਰੰਗ ਹੋਏ, ਹੁਣ ਅੱਖਰ ਅੱਖਰ ਡੰਗ ਹੋਏ। ਅਜ ਵਿਕੀਆਂ ਕਲਮਾਂ ਕੁੱਤੀਆਂ ਨੇ ਤੇ ਗੀਤਕਾਰੀਆਂ ਲੁੱਚੀਆਂ ਨੇ। ਸ਼ਬਦ ਹੋਏ ਸਾਜ, ਨਜ਼ਰ ਹੋਏ ਬਾਜ, ਗਾਉਣ ਇਹ ਗਾਇਓ। ਕਿੱਥੇ ਉਹ ਸ਼ੇਰਨੀਆਂ ਦੇ ਜਾਇਓ, ਤੇਗਾਂ ਗਾਤਰਿਆਂ ਵਿੱਚ ਪਾਇਓ। ਪੈ ਗਈਆਂ ਖੋਪੜੀਆਂ ਵਿੱਚ ਗੰਢਾਂ, ਤਾਣੇ ਉਲਝ ਗਏ ਸੁਲਝਾਇਓ। ਕਿੱਥੇ ਉਹ ਸ਼ੇਰਨੀਆਂ ਦੇ ਜਾਇਓ, ਤੇਗਾਂ ਗਾਤਰਿਆਂ ਚ ਪਾਇਓ। ਇਹ ਹੈ ਸੁਰਿੰਦਰ ਸਿੰਘ ਦਾ ਮਾਜਰਾ ਮਾਂਗਟ। 12:36 ਹੋ ਗਏ। ਉਧਰੋਂ ਕਹਿੰਦੇ ਮੁੱਠੀ ਗਰਮ ਕਰਨ ਦੀ ਗੱਲ ਕਰਦਾ, ਇਧਰੋਂ ਠੱਕਾ ਵਗਦਾ। ਇੱਕ ਦੋ ਗੱਲਾਂ ਸੋਮਵਾਰ ਵਾਲੀਆਂ ਸੁਣਾ ਕੇ ਅੱਗੇ ਤੁਰਦਾ, ਪਰ ਕਾਲਰ ਆ ਗਏ। ਸ਼ਾਹ ਕਰਮ ਸਿੰਘ ਜੀ, ਲਾਈਨ ਨੰਬਰ 2, ਕੀ ਕਹਿਣਾ ਚਾਹੁੰਦੇ ਹੋ? ਕਰਮ ਸਿੰਘ ਜੀ ਬਸ। ਸ਼ਾਹ ਕੁਲਦੀਪ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਆਪਣੇ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੇਖੋ ਸਾਹਿਬ। ਤੁਹਾਨੂੰ ਪਤਾ ਉਦੋਂ ਐਜੀਟੇਸ਼ਨ ਚੱਲਿਆ ਸਿਟੀ ਦੇ ਨਾਲ, ਸਿਟੀ ਵਾਲਿਆਂ ਨੇ ਇੱਕ ਬੇਸਮੈਂਟ ਲੀਗਲ ਕਰਾਰ ਦੇ ਕੇ ਕਰਤਾ, ਤੁਸੀਂ ਟੈਕਸ ਭਰਦੇ ਉਹਦੇ ਪਹਿਲੇ ਪਰਮਿਟ ਅਪਲਾਈ ਕਰਕੇ ਲੈ ਸਕਦੇ ਹੋ। ਜੇ ਕਿਸੇ ਨੇ ਦੂਜੀ ਵੀ ਬਣਾਉਣੀ ਆ, ਉਹ ਵੀ ਫੀਸ ਪੇ ਕਰਕੇ ਬਣਾ ਸਕਦਾ ਆ, ਪਰ ਉਹਦਾ ਨੇਬਰਹੁੱਡ ਤੇ ਪਾਰਕਿੰਗ ਹੋਣੀ ਚਾਹੀਦੀ, ਉਹਦੇ ਕੋਲੇ ਨੇਬਰਹੁੱਡ ਦੀ ਸਹਿਮਤੀ ਚਾਹੀਦੀ ਆ। ਤੇ ਤੁਸੀਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ 200 ਸਪੀਟਾਂ, ਉਹ ਉਹਦਾ ਟੈਕਸ ਦਿੰਦੇ ਆ। ਉਹ ਕੋਈ ਇਲੀਗਲ ਕੰਮ ਨੀਗਾ, ਉਹਨਾਂ ਨੇ ਸਾਰੀਆਂ ਗ੍ਰੈਂਡਫਾਦਰ ਕਰਤੀਆਂ ਸੀ। ਮੇਅਰ ਨੇ ਵਿੱਚ 2 ਲਾਈਨਾਂ ਹੋਰ ਐਡ ਕਰਾ ਦਿੱਤੀਆਂ ਸੀਗੀਆਂ। ਸਾਰੇ ਬਿਲਡਿੰਗ ਐਸੋਸੀਏਸ਼ਨ ਸਾਰੇ ਮੈਨੇਜਰ ਸੀਗੇ, ਉਹ ਕਹਿੰਦੀ ਆਈ ਨੀਡ
for single mothers, parents, young kids, they need ready to sweet. All zones, ਸਾਰੀ ਜਗ੍ਹਾ ਦੇ ਵਿੱਚ ready to sweet ਪਹਿਲਾਂ ਹੀ ਪ੍ਰੀ ਵਾਇਰ ਹੋਣੀ ਚਾਹੀਦੀ ਆ। ਬਿਲਡਰ ਐਸੋਸੀਏਸ਼ਨ ਵਾਲੇ ਰੌਲਾ ਪਾਉਂਦੇ ਸੀਗੇ ਵੀ ਸਾਡਾ ਖਰਚ ਵਧੂਗਾ, ਉਹ ਕਹਿੰਦੀ ਬਾਅਦ ਚ ਖਰਚ ਬਾਹਲਾ ਹੋਊਗਾ, ਵੀ ਜੇ ਪਹਿਲਾਂ ਹੀ ਤੁਹਾਡੀਆਂ ਤਾਰਾਂ ਪਾਈਆਂ ਹੋਣਗੀਆਂ, ਸਾਰਾ ਕੁਝ ਕੀਤਾ ਹੋਊਗਾ, ਫਿਰ ਲੋੜ ਨਹੀਂ ਗੀ। ਇਸ ਕਰਕੇ ਬੇਸਮੈਂਟ ਤਾਂ ਲੀਗਲ ਆ, ਕੋਈ ਡਰਨ ਦੀ ਲੋੜ ਨਹੀਂ। ਬੈਕਓਵਰ ਚ ਵੀ ਲੀਗਲ ਆ, ਇੱਕ ਤੋਂ ਵੱਧ ਲੀਗਲ ਆ। ਤੇ ਮਾੜੀ ਜੀ ਗੱਲ ਹੁਣ ਮੇਰੀ ਬੇਨਤੀ ਵੀ ਸੁਣ ਲਿਓ, ਮੇਰੀ ਵੀ ਬੇਨਤੀ ਸੁਣ ਲਿਓ। ਜਿਹੜੀਆਂ ਲੀਗਲ ਨੇ ਉਹ ਬਿਲਡਿੰਗ ਐਨਵੈਲਪ ਦੇ ਵਿੱਚੋਂ ਮੁੜ ਕੇ ਬਣਾਈਆਂ ਨੇ ਕਿ ਬਿਲਡਿੰਗ ਤੋਂ ਬਾਹਰ ਵੀ ਬਣਾ ਸਕਦੇ ਹੋ? ਫਿਰ ਬਾਅਦ ਚ ਬਾਅਦ ਵੀ ਬਣਾ ਸਕਦੇ ਆ, ਪਰ ਤੁਹਾਨੂੰ ਟੈਕਸ ਦੇਣਾ ਪੈਂਦਾ। ਮੈਂ ਜਿਵੇਂ ਮਰਜ਼ੀ ਛੱਤ ਲਈ ਫਿਰ ਕਿਹੜਾ ਪਿਛਲਾ ਬਹੁਤ ਸਾਰੇ ਘਰਾਂ ਦੀਆਂ ਇਲੀਗਲ ਬਣੀਆਂ ਹੋਈਆਂ ਸੀਗੀਆਂ, ਉਹ ਮੇਅਰ ਨੇ ਕਿਹਾ ਸੇਖੋ ਸਾਹਿਬ ਜਾਨੀ ਮੇਰੇ ਘਰ ਦੇ ਵਿੱਚ ਅੰਦਰ ਜੇ 2 ਸਵੀਟਾਂ ਬਣੀਆਂ ਹੋਈਆਂ ਨੇ, ਉਹ ਚ ਇੱਕ ਐਥਰਾਈਜ਼ਡ ਆ, ਦੂਜੀ ਨਹੀਂ, ਉਹ 2-2 ਬੈਡਰੂਮ ਦੀਆਂ ਹੈਗੀਆਂ, ਪਿੱਛੇ ਵਿਹੜਾ ਤੇ ਉਹ ਮੈਂ ਛੱਤ ਲਵਾ ਫਿਰ ਮਰਜ਼ੀ ਨਾਲ ਆਪਣਾ। ਜੇ ਤੁਹਾਡਾ ਬਿਲਡਿੰਗ ਐਂਵਲਪ ਅਪਲਾਈ ਕਰਦਾ ਆ, ਜੇ ਤੁਹਾਡੀ ਉਹੀ ਕਹਿਣਾ ਹਾਂਜੀ, ਉਹ ਤਾਂ ਮੈਕਸਿਮਮ ਪਹਿਲਾਂ ਹੀ 89 ਪੂਰਾ ਬਣਿਆ ਫੇਰ ਨਹੀਂ। ਯੈਸ ਬਿਲਕੁਲ ਠੀਕ। ਤੁਹਾਡੀ ਕਵਰੇਜ ਆ, ਮਤਲਬ ਸਾਈਡ ਕਵਰੇਜ ਆ ਜਿਹੜੀ ਉਹ ਸਣੇ। ਜੇ ਛੋਟੀ ਬਣਾਈ ਹੈ, ਜੇ ਛੋਟੀ ਬਣਾਈ ਹੈ ਤਾਂ ਐਡ ਕਰ ਸਕਦੇ ਹੋ ਤੁਸੀਂ, ਪਰ ਉਹਦਾ ਪ੍ਰੋਪਰ ਪ੍ਰੋਸੈਸ ਆ ਨਾ ਜੀ, ਬਿਲਡਿੰਗ ਪਰਮਿਟ ਲੈ ਕੇ ਹੋ। ਹਾਂਜੀ ਪਰ ਜੇ ਤੁਹਾਡੀ ਲਾਟ ਲਾਓ ਕਰਦੀ ਹੈ, ਜੇ ਲਾਟ ਦੇ ਵਿੱਚ ਸਪੇਸ ਹੈਗੀ ਆ, ਜੇ ਹੁਣ 300 ਸਕੁਅਰ ਫੁੱਟ ਦਾ ਠੰਡਕ ਬਣਾ ਸਕਦੇ ਆ, ਬਾਕੀ 38% ਕਵਰੇਜ ਕਰ ਸਕਦੇ ਤੁਸੀਂ। ਥੈਂਕ ਯੂ ਸੇਖੋ ਸਾਹਿਬ, ਥੈਂਕ ਯੂ। ਕੁਲਦੀਪ ਸਿੰਘ ਸੇਖੋਂ ਉਹਨਾਂ ਨੇ ਤੇ ਸਰਦਾਰ ਜਸਵਿੰਦਰ ਸਿੰਘ ਵਿਦੇਸ਼ੇ ਉਹਨਾਂ ਨੇ ਜਦ ਲੱਗੇ ਸੀ ਨਾ, ਕਹਿੰਦੇ ਢਾ ਦਿਆਂਗੇ ਜਿਹੜੀਆਂ ਇਲੀਗਲ ਬਣਾਇਆ, ਜਿਹੜਾ ਸੀਇੰਗ ਰੂਮ, ਪੇਰੈਂਟਸ ਰੂਮ 3550 ਵਾਲਾ ਜਿਹੜਾ 5550 ਬਣ ਜਾਂਦਾ ਸੀ, ਕਹਿੰਦੇ ਇਹਨੂੰ ਢਾ ਦਿਆਂਗੇ ਅਸੀਂ, ਇਲੀਗਲ ਪੈ ਗਿਆ ਇਹਨਾਂ ਰੌਲਾ। ਤੇ ਇਹਨਾਂ ਨੇ ਕੰਮ ਕੀਤਾ, ਇਹਨਾਂ ਰੇਟ ਪੇਅਰਜ਼ ਐਸੋਸੀਏਸ਼ਨ ਬਣਾ ਕੇ ਜਸਵਿੰਦਰ ਸਿੰਘ ਵਿਦੇਸ਼ਾ ਨੇ ਅੱਗੇ ਲੱਗ ਕੇ ਕੰਮ ਕੀਤਾ। ਪਰ ਵੋਟਾਂ ਬੱਗਿਓ ਸ਼ੇਰੋ ਤੁਸੀਂ ਉਹਨੂੰ ਵੀ ਨਹੀਂ ਪਾਈਆਂ, ਬਣਾਇਆ ਨਹੀਂ। ਉਹ ਸਿਟੀ ਦਾ ਬਣਨਾ ਚਾਹੁੰਦਾ ਸੀ ਸਕੂਲ ਬੋਰਡ 'ਚ। ਵੋਟਾਂ ਦੀ ਗੱਲ ਕਹਿੰਦਾ ਹੋਰ ਹੈ, ਕੰਮ ਕਰਾਉਣ ਦੀ ਗੱਲ ਹੋਰ ਹੈ। ਕੰਮ ਬੰਦਾ ਕਰੇ, ਵੋਟਾਂ ਨਹੀਂ ਪਾਉਣੀਆਂ। ਵੋਟਾਂ ਨਹੀਂ ਤਾਂ ਵੋਟਾਂ ਤਾਂ ਉੱਥੇ ਪਾਉਣੀਆਂ ਜਿੱਥੇ ਯਾਰੀ ਹੈ। ਐਨੀਵੇਜ਼ ਇਹਦੇ ਤੇ ਅੱਗੇ ਚੱਲਦਾ ਗੱਲ ਕਰਦਾ ਮੈਂ। ਇਹਦੇ ਤੇ ਵੱਡਾ ਇੱਕ ਇਸ਼ੂ ਹੋਣਾ ਜਿਹੜਾ ਇੱਕ ਚੱਲਿਆ ਹੋਇਆ, ਜਿਹੜਾ ਹੁਣ ਚੱਲ ਪਿਆ, ਇਹਦੇ ਤੇ ਸ਼ਹਿਰ ਨੂੰ, ਮਿਊਨਿਸਪੈਲਿਟੀ ਨੂੰ ਦੰਦ ਤਿੱਖੇ ਕਰਨੇ ਪੈਣੇ ਨੇ। ਇਹ ਜਿਹੜਾ ਐ ਚੱਲ ਪਿਆ ਨਾ ਵੀ ਸਟਾਕ ਟੂ ਵਰਕ ਅਸੀਂ ਭਗਾ ਕੇ ਪਰਾਂ ਮਾਰਦੇ ਆ, ਇਹ ਫਿਰ ਕਿਵੇਂ, ਕਿਹੜੀ ਸਿਟੀ ਦੀ ਕਹਾਣੀ ਚੱਲੂਗੀ ਵੀ ਇਹ ਕੀ ਸੁਨੇਹਾ ਸਾਡਾ ਜਾਊਗਾ ਸ਼ਹਿਰ ਦਾ? ਅਸਲ ਜਿਹੜਾ ਖਲਜਗਣ 20-22 ਵਰੇ ਪਹਿਲਾਂ ਪਿਆ ਨਾ, ਜਿਹਨੇ ਅਮੀਰ ਬਣਾਤੇ ਬਹੁਤ ਜਲਦੀ, ਉਹਨਾਂ ਅਮੀਰਾਂ ਨੂੰ ਦੇਖ ਕੇ ਮਾਤੜ ਕਹਿੰਦਾ ਉਹ ਅਗਲੇ ਨੇ ਇੰਨੇ ਬਣਾਤੇ, ਸਾਡੇ ਕਿਉਂ ਨਹੀਂ ਬਣਦੇ? ਉਹ ਭਾਈ ਸਾਹਿਬ ਉਹਨਾਂ ਨੇ ਬਹੁਤ ਕੁਛ ਕੀਤੀ ਆ, ਸੇਵਾ ਸੂਵਾ ਜਾ ਕੇ ਮੈਨੇਜਰਾਂ ਦੀ, ਘਰ ਬਣਾਏ ਨੇ, ਕਿਸੇ ਨੇ ਘਾਹ ਕੱਟੇ ਨੇ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਫਿਰ ਉਹਨਾਂ ਨੇ ਸੁਨੇਹਾ ਦਿੱਤਾ ਵੀ ਇੱਧਰ ਨੂੰ ਜਾਣਾ। ਫਿਰ ਮੁੜ ਕੇ ਸੌਸਰੀ ਦੇ ਗੋਰੇ ਮਾਰਦੇ ਡਾਂਡਾਂ ਵੀ ਇਹ ਦਿਨਾਂ 'ਚ ਕੀ ਹੋ ਗਿਆ, ਅਸੀਂ ਤਾਂ ਉਈਓ ਹੀ ਦੇ ਤਾ। ਉਹ ਕਹਿੰਦਾ ਨਾ ਹੁਣ ਤੁਸੀਂ ਵੇਚਤੇ, ਹੁਣ ਗੱਲ ਕਹੀ ਆਈ ਬਸ। ਉਹ ਜਿਨ੍ਹਾਂ ਦਾ ਜ਼ੋਰ ਆ ਮੋਰਟੋਰੀਅਮ ਵਗੈਰਾ ਚੱਕ ਦਿੰਦੇ ਆ, ਐਨਸੀਪੀ ਤੋਂ ਬਿਨਾਂ ਐਪਲੀਕੇਸ਼ਨਾਂ ਚਲੇ ਜਾਂਦੀਆਂ ਨੇ। ਜਦ ਇਹ ਗੱਲਾਂ ਆਪਾਂ ਵਿਚਾਰਦੇ ਹਾਂ, ਅਗਲਾ ਕਹਿੰਦਾ 2 ਬੈਡਰੂਮ ਦੀ ਮੈਂ ਠੋਕਦਾ ਸਵੀਟ, ਮੈਨੂੰ $1000 ਆਜੂ, ਗਰੀਬ ਨੂੰ ਕਿਸੇ ਨੂੰ ਰੱਖੂ। ਪਰ ਇਸ ਤੇ ਮੈਂ ਅੱਜ ਅੱਗੇ ਗੱਲ ਕਰਦਾ ਜਾ ਕੇ। ਪਹਿਲਾਂ ਇੱਕ ਗੱਲ ਹੋਰ ਜਿਹੜੀ ਤੁਹਾਡੇ ਨਾਲ ਮੈਂ ਕਰਨੀ ਹੈ, ਉਹ ਇਹ ਹੈ ਵੀ ਸੁਰਿੰਦਰ ਸਿੰਘ ਦਾਊ ਮਾਜਰੇ ਦੀ ਮੈਂ ਗੱਲ ਤੁਹਾਨੂੰ ਸੁਣਿਆ। ਮੈਚ ਨੇ ਬੜਾ ਰੌਲਾ ਪਾਇਆ ਹੋਇਆ। ਉਹ ਕਹਿੰਦਾ ਵੀ ਇੱਕ ਸਾਡੇ ਨਾਲ ਪਿੰਡ ਵਾਲਾ, ਮਤਲਬ ਸਾਡਾ ਮਲਵਈ ਭਾਈ, ਕਹਿੰਦਾ ਸਾਡੇ ਨਾਲ ਸੀ ਸਾਊਦੀ ਅਰਬ, ਕਹਿੰਦਾ ਉਹਦਾ ਸੀਰੀ ਕ੍ਰਿਕਟ ਨੂੰ ਕ੍ਰਿਕਟ ਕਹਿ ਕੇ ਬਹੁਤ ਉਹ ਕਰਦਾ ਸੀ। ਕਹਿੰਦਾ ਉਹਦਾ ਸੀਰੀ ਸ਼ਰਤਾਂ ਲਾਉਣ ਦਾ ਬਹੁਤ ਚਸਕਾ ਸੀ। ਜਿਹੜਾ ਸ਼ਹਿਰੋਂ ਕਹਿੰਦਾ 1000 ਕ੍ਰਿਕਟ ਵਾਲੇ ਮੈਚ ਤੇ ਲਾ ਕੇ ਹਾਰ ਗਿਆ। ਲਾਂਦਰ ਕਹਿੰਦਾ ਉਹ ਇਕੱਠਾ ਹੀ 1000।
ਕਹਿੰਦਾ ਆਖੇ ਪਹਿਲਾਂ 500 ਲਾਇਆ ਸੀ, ਜਦ ਆਪਣੇ ਵਾਲੇ ਹਾਰ ਗਏ ਉਹ 500 ਡੁੱਬ ਗਿਆ ਲੈਣਦਾਰ, ਕਹਿੰਦਾ ਬਾਕੀ 500, ਕਹਿੰਦਾ ਫਿਰ ਹਾਈਲਾਈਟ ਜੇ ਚੱਲ ਪਏ ਉਹ ਤੇਜ਼ ਖੇਡਦੇ ਸੀ, ਮੈਂ ਕਿਹਾ ਸ਼ਾਇਦ ਇਹੀ ਜਿੱਤ ਜਾਣ, 500 ਉੱਥੇ ਲਾਤਾ। ਕਹਿੰਦਾ ਅੱਛਾ ਕੁਝ ਖਬਰਾਂ ਤੁਹਾਨੂੰ ਸੁਣਾ ਦੇਵਾਂ, ਪਹਿਲੇ ਸ਼ੋਅ 'ਚ ਤੁਹਾਨੂੰ ਸੁਣਾਈਆਂ ਸੀ, ਉਹ ਮੈਂ ਹੁਣ ਨੈਕਸਟ ਜਿਹੜੀ ਤੁਹਾਡੇ ਨਾਲ ਇੱਕ ਹੋਰ ਟਾਕ ਸ਼ੋਅ ਉਸ ਵਿਸ਼ੇ ਤੇ ਕਰੂੰਗਾ, ਜਿਹੜੇ ਕੋਸਾਈਨਰ ਕਰਦੇ ਨੇ। ਕੋਸਾਈਨ ਕਿਸੇ ਦੀ ਜਾਇਦਾਦ ਲੈਣ ਲਈ, ਕੋਈ ਟਰੱਕ ਲੈਣ ਲਈ, ਕੋਈ ਕਾਰ ਲੈਣ ਲਈ, ਉਹ ਕੋਸਾਈਨਰ ਦਾ ਮਤਲਬ ਕੀ ਹੈ ਉਹ ਦੱਸੋ। ਇੱਕ ਸ਼ਬਦ ਮੈਂ ਸਹੀ ਕਰਾ ਦੇਵਾਂ, ਕਿਸੇ ਨੇ ਪੁੱਛਿਆ ਸੀ ਵੀਕਐਂਡ ਤੇ, ਮਾਂ ਬੋਲੀ ਦੀ ਗੱਲ ਸ਼ੁਰੂ ਹੋਏਗੀ ਸ਼ੁੱਕਰਵਾਰ ਨੂੰ, ਫੇਰ ਪੰਜਾਬ ਤੋਂ ਸਰਦਾਰ ਜਗਤਾਰ ਸਿੰਘ ਸੋਖੀ ਉਹਨਾਂ ਨੂੰ ਲੈ ਕੇ ਆਵਾਂਗੇ, ਜਿਹੜੇ ਭੁੱਲੇ ਬਿਸਰੇ ਸ਼ਬਦਾਂ ਦੀ ਕਿਤਾਬ ਸ਼ਬਦਾਂਗ ਜਿਹੜੀ ਕੀਤੀ ਹੈ ਉਹ ਤੋੜਨੀ ਆ, ਪੁਰਾਣੀ ਠੇਠ ਸ਼ਬਦ ਲਿਆਉਣੇ ਨੇ ਕੱਢ ਕੇ। ਇੱਕ ਸ਼ਬਦ ਆਪਾਂ ਇੱਕ ਦੂਜੇ ਨੂੰ ਬੜਾ ਵਰਤਦੇ ਆ, ਬਾਹਲਾ ਹੀ ਪਤੰਦਰ ਆ ਬਾਈ, ਉਹ ਪਤੰਦਰ ਆਉਂਦਾ ਤੇਰਾ ਤੁਰਿਆ, ਬਾਹਲਾ ਪਤੰਦਰ ਆ। ਪਤੰਦਰਾ ਕਿਵੇਂ ਆ, ਕਿੱਧਰ ਹੈ? ਪਤੰਦਰ ਸ਼ਬਦ ਦਾ ਅਰਥ ਕਿਸੇ ਨੇ ਪੁੱਛਿਆ ਵੀਕਐਂਡ ਦੇ, ਪਤੰਦਰ ਦਾ ਸ਼ਬਦ ਦੱਸਿਓ ਰੇਡੀਓ ਤੇ, ਮਤਲਬ ਕੀ ਹੈ? ਪਤੰਦਰ ਪਤਾ ਕੀ ਹੈ? ਦੋ ਸ਼ਬਦ ਬਣੇ ਹੋਏ ਨੇ, ਪਤ ਤੇ ਅੰਦਰ, ਇੱਜ਼ਤ ਅੰਦਰ। ਜਦ ਕਿਸੇ ਸੁਆਣੀ ਦੇ ਬੱਚੇ ਹੋਣ ਪਰ ਘਰ ਵਾਲਾ ਮਰ ਜਾਵੇ, ਸੁਆਣੀ ਦੇ ਬੱਚੇ ਹੋਣ ਚਾਹੇ ਸੁਆਣੀ ਕੱਲੀ ਹੋਵੇ, ਸੁਆਣੀ ਦੇ ਪਰ ਬੱਚੇ ਕਹੇ ਜਾਣ, ਤਾਂ ਪਿੰਡਾਂ 'ਚ ਅਕਸਰ ਚਾਦਰ ਉਹਦੇ ਤੇ ਪਾ ਦਿੱਤੀ ਜਾਂਦੀ ਹੈ, ਪਾ ਦਿੰਦੇ ਸੀ ਵੀ ਚਲੋ ਚਾਚੇ ਤਾਏ ਦਾ ਮੁੰਡਾ ਸਕਾ ਭਾਈ ਉਹਨੂੰ ਵਿਆਹ ਲੈਂਦਾ, ਜਾਂ ਕੋਈ ਉਹ ਨਾ ਕੋਈ ਹੋਰ ਵਿਆਹ ਲਵੇ ਤੇ ਉਹਨੂੰ ਪੱਤ ਅੰਦਰ ਨੂੰ, ਉਹ ਜਵਾਕਾਂ ਦਾ ਉਹ ਬਾਪੂ ਤਾਂ ਹੈਗਾ ਹੀ ਆ, ਪਰ ਉਹਨੂੰ ਪਤੰਦਰ ਕਹਿੰਦੇ ਨੇ। ਅਸਲ ਸ਼ਬਦ ਇਹ ਹੈ, ਉਹ ਪਤੰਦਰ ਸ਼ਬਦ ਉੱਥੋਂ ਆਏ, ਆਮ ਭਾਸ਼ਾ 'ਚ ਨਹੀਂ ਵਰਤਣਾ ਚਾਹੀਦਾ ਇੱਕ ਦੂਜੇ ਨੂੰ। ਪਤੰਦਰ ਕਹਿੰਦੇ ਆਓ ਤੇਰਾ ਪਤੰਦਰ, ਉਹ ਪਤੰਦਰ ਆਉਂਦਾ, ਉਹ ਤੇਰਾ ਪਤੰਦਰ ਤੁਰਿਆ ਆਉਂਦਾ। ਪਤੰਦਰ ਦਾ ਮਤਲਬ ਪੱਤ ਅੰਦਰ। ਇਹ ਪੱਤ ਅੰਦਰ ਜਿਹੜੀ ਵੀ ਇੱਜ਼ਤ ਢੱਕ ਲਈ, ਰਹਾਜੂ ਤੇ ਕਰੇਵਾ ਉਹ ਦੂਜੇ ਹੋਰ ਸ਼ਬਦ ਨੇ। ਜਾਂ ਬੰਦੇ ਦੀ ਘਰ ਵਾਲੀ ਮਰ ਜਾਵੇ, ਉਹ ਲੈ ਆਵੇ ਜਿਹਦੇ ਉਧਰੋਂ ਘਰ ਵਾਲਾ ਮਰਿਆ ਹੋਵੇ ਤੇ ਇਧਰੋਂ ਘਰ ਵਾਲੀ ਮਰ ਜਾਵੇ, ਉਹ ਕਰੇਵੇ ਵਾਲੀ ਗੱਲ ਹੁੰਦੀ ਹੈ। ਦਹਾਜੂ ਵਾਲੀ ਵੀ ਅਲੱਗ ਗੱਲ ਹੁੰਦੀ ਹੈ, ਉਹ ਗੱਲਾਂ ਅਲੱਗ ਨੇ, ਉਹ ਮੈਂ ਕਰੂੰ। ਪਰ ਪਤੰਦਰ ਸ਼ਬਦ ਵੀਕਐਂਡ ਤੇ ਕਿਸੇ ਨੇ ਪੁੱਛਿਆ ਸੀ ਵੀ ਪਤੰਦਰ ਬਹੁਤ ਵਰਤਦੇ ਆ, ਪਤੰਦਰ ਦਾ ਅਸਲ ਸ਼ਬਦ ਇਹ ਹੈ ਪੱਤ ਅੰਦਰ। ਮਤਲਬ ਘਰ ਵਾਲਾ ਮਰ ਗਿਆ, ਬੱਚੇ ਹੈਗੇ ਨੇ ਜਾਂ ਨਾ ਵੀ ਬੱਚੇ ਹੋਣ, ਚਾਦਰ ਪਾਉਣੀ ਤੇ ਪਤੰਦਰ ਦਾ ਅਲੱਗ ਦੋ ਚੀਜ਼ਾਂ ਹੋਣਗੀਆਂ। ਚਾਦਰ ਮੈਂ ਵੀ ਮੈਂ ਪੁੱਛੂੰਗਾ, ਇਸ ਗੱਲ ਦਾ ਵੀ ਪੜਤਾਲ ਕਰਾਂਗੇ ਵੀ ਚਾਦਰ ਪਾਉਣੀ ਆ ਜਿਹੜੀ ਉਹ ਬਿਨਾਂ ਬੱਚਿਆਂ ਤੋਂ ਮਾਂ ਤੇ ਚਾਦਰ ਪਾਉਂਦੇ ਨੇ ਘਰ ਦੇ ਵਿੱਚੋਂ, ਜਾਂ ਬਈ ਉਹ ਬੱਚਿਆਂ ਦੇ ਰਾਹੀਂ। ਪਤੰਦਰ ਸ਼ਬਦ ਉਹ ਹੈ ਜਿਹੜਾ ਦੂਜਾ ਘਰ ਵਾਲਾ ਹੋਵੇ, ਜਿਹਨੇ ਪੱਤ ਅੰਦਰ ਕਰ ਲਈ ਹੋਵੇ, ਉਹ ਪਤੰਦਰ ਸ਼ਬਦ ਹੈ। ਤੇ ਇਹਨੂੰ ਹਰ ਇੱਕ ਨੂੰ ਆਪਾਂ ਵਰਤਦੇ ਆ, ਬਹੁਤ ਮਾਲਵੇ ਦੇ ਬਹੁਤ ਜ਼ਿਆਦਾ ਵਰਤਦੇ ਆ। ਉਹਦਾ ਖੜਾ ਤੇਰਾ ਪਤੰਦਰ, ਹੁਣ ਹੋਰ ਉਹਦੇ ਮੂਹਰੇ ਆਪਾਂ ਕਹਿੰਦੇ ਆ ਉਹਦਾ ਤੇਰਾ ਪਤੰਦਰ, ਲੈ ਫੜ ਲਾ ਪਤੰਦਰ ਨੂੰ ਆਪਣੇ, ਉਹ ਜਾਂਦਾ ਤੁਰਿਆ। ਇਹ ਸ਼ਬਦਾਂ ਦਾ ਥੋੜਾ ਜਿਹਾ ਅਸੀਂ ਖਿਆਲ ਰੱਖਣਾ। ਦੁਨੀਆ ਨੇ ਕੁਝ ਖਬਰਾਂ, ਸੁਡਾਨ ਦੇ ਵਿੱਚ ਆਰਮੀ ਨੇ ਕੂਹ ਕਰ ਦਿੱਤਾ, ਆਰਮੀ ਨੇ ਦੇਸ਼ ਸਾਂਭ ਲਿਆ। ਕੂਹ ਦੇ ਅਗੇਂਸਟ ਪ੍ਰੋਟੈਸਟਰ ਆਏ, 80 ਜ਼ਖਮੀ ਕਰਤੇ, 3 ਮਾਰ ਦਿੱਤੇ। ਮਿਲਟਰੀ ਨੇ ਡਿਕਲੇਅਰ ਕਰਤੀ ਸਟੇਟ ਆਫ ਐਮਰਜੈਂਸੀ। ਪ੍ਰਾਈਮ ਮਿਨਿਸਟਰ ਅਬਦੁੱਲਾ ਹਮਦੋਕ ਫੜ ਲਿਆ, ਮੇਅਰ ਖਰਤੂਮ ਦਾ ਫੜ ਲਿਆ ਤੇ ਅੰਦਰ ਕਰਤੇ। ਸਾੜ ਰਹੇ ਨੇ, ਅੱਗਾਂ ਲੱਗੀਆਂ ਨੇ ਆਪਣੇ ਟਾਇਰਾਂ ਨੂੰ ਖਰਤੂਮ ਸ਼ਹਿਰ ਦੇ ਵਿੱਚ। ਪਰ ਸੁਡਾਨ ਦੇ ਵਿੱਚ ਇਹ ਜਿਹੜੀ ਗੱਲ ਹੋਈ ਆ, ਸੁਡਨੀ ਦੇ ਲੋਕ ਇੱਥੇ ਬਹੁਤ ਨੇ, ਆਪਣੇ ਨਿਊਟਨ 'ਚ ਤੁਸੀਂ ਵੇਖਿਆ ਹੋਣਾ, ਵੱਡ ਆਕਾਰੇ ਵੱਡੇ ਸਾਈਜ਼ ਦੇ। ਤੇ ਸਮਾਲੀਆ ਤੇ ਸੁਡਾਨ ਦੇ ਲੋਕ ਬਹੁਤ ਜਵਾਨ ਨੇ, ਸਪਰੀਆਂ 6-6 ਫੁੱਟ ਦੀਆਂ ਨੇ ਘੱਟੋ ਘੱਟ। ਸੁਡਾਨ ਦੇ ਇਸ ਏਰੀਏ ਦੇ ਵਿੱਚ ਹੁਣ ਐਂਟੀ ਕੂ ਦੀ ਗੱਲ ਜਿਹੜੀ ਉਹ ਚੱਲੀ ਹੈ। ਐਡਵਾਨ ਤੁਰਕੀ ਦਾ ਬਹੁਤ ਕਾਇਮ ਹੋਇਆ। ਐਡਵਾਨ ਨੂੰ ਜੇ ਕਦੇ YouTube ਤੇ ਐਡਵਾਨ ਦੀ ਸਿਕਿਉਰਿਟੀ ਵੇਖੋ ਨਾ, ਪ੍ਰੈਜ਼ੀਡੈਂਟ ਐਡਵਾਨ ਲਿਖੇ ERDOGAN ਸਿਕਿਉਰਿਟੀ, ਤੇ ਸਿਕਿਉਰਿਟੀ ਵੇਖਿਓ। ਤੇ ਸ਼ੁੱਕਰਵਾਰ ਵਾਲੇ ਦਿਨ ਜਦੋਂ ਸੱਲੀ ਕਰਨ ਜਾਂਦਾ, ਜੁਮੇ ਦੀ ਨਮਾਜ਼ ਪੜ੍ਹਨ ਜਾਂਦਾ, ਤੇ ਕਿਵੇਂ ਜਾਂਦਾ ਵੇਖਣ ਵਾਲਾ।
ਇੱਥੇ ਤਾਂ ਸਾਡੇ ਅਮੀਰ ਹੋਣ VIP ਜੇ ਬਣ ਜਾਣ ਤਾਂ ਪੰਜਾਬ ਦੇ ਵਿੱਚ ਮੱਥਾ ਟੇਕਣਗੇ ਵੀ ਗਨਮੈਨ। ਇੱਕ ਤਾਜ਼ਾ ਇੱਥੋਂ MLA ਬਣਿਆ ਸੀ ਮੋਗੇ ਵੱਲ, ਉਹ ਕਹਿੰਦਾ ਨਗਰ ਕੀਰਤਨ ਰੋਕੋ, ਮੇਰੀ ਕਾਨਵਾਈ ਨਿਕਲਣੀ ਆ ਇੱਥੇ। ਬਾ ਇੱਕ ਵਾਰੀ ਚੜੀ ਆ ਫਿਰ ਭੱਟੀ, ਮੁੜ ਕੇ ਹੁਣ ਸਰ ਹੁੰਦੀ ਹੈ। ਤੇ ਉਹ ਐਡਵਾਨ ਕੁਛ ਕਹਿੰਦਾ ਵੀ ਜਿਹੜੀਆਂ ਅੰਬੈਸਡਰ ਨੇ 10 ਵੈਸਟਰਨ ਕੰਟਰੀਆਂ ਦੇ, ਉਹ ਸਾਡੇ ਅਸਲ ਜ਼ਿਆਦਾ ਇਹਦੇ ਤੇ ਇੱਕ ਜਿਹੜੀ ਉਹਨੇ ਰਾਜ ਪਲਟੇ ਦੀ ਉਹਦੀ ਸਕੀਮ ਉਹਨੇ ਕੈਂਸਲ ਕੀਤੀ। ਮਤਲਬ ਬਹੁਤ ਵੱਡੀ ਸਾਜ਼ਿਸ਼ ਸੀ ਜਿਹੜੀ ਉਹਦੇ ਮਿਲਟਰੀ ਦੇ, ਪੁਲਿਸ ਦੇ, ਉਹਦੇ ਜਨਰਲ ਕਰਨਲ ਜਿਹੜੇ ਨੇ ਉਹ ਪੈ ਗਏ ਸੀ ਉਹਨੂੰ, ਤੇ ਬਚਤ ਉਹਨੇ ਫਿਰ ਰੱਖ ਲਈ। ਉਹਨੇ ਉਹਦੇ ਬੰਦਿਆਂ ਨੇ ਮਤਲਬ ਇੰਨੀ ਮਿਹਨਤ ਕੀਤੀ ਤੇ ਉਹਨੇ ਬਚਾ ਲਿਆ ਉਹਨੂੰ। ਉਹ ਬਾਹਰ ਕਿਤੇ ਛੁੱਟੀਆਂ ਤੇ ਗਿਆ ਸੀ, ਬਹੁਤ ਜਲਦੀ ਆ ਕੇ ਉਹਨੇ ਕੰਟਰੋਲ ਕਰ ਲਿਆ। ਲੋਕ ਉੱਥੇ ਦੇ ਤੁਰਕਿਸ਼ ਲੋਕ ਉਹਨੂੰ ਬਹੁਤ ਪਿਆਰ ਕਰਦੇ ਆ। ਉਮਰ ਵੇਖ ਲਓ ਕਿੰਨੀ ਹੋ ਗਈ। ਓਟੋਮੈਨ ਅੰਪਾਇਰ ਵਾਲੀ ਕਹਾਣੀ ਉਹਦੇ ਦਿਮਾਗ 'ਚ ਚੱਲਦੀ ਹੈ। ਤੇ ਐਡਵਾਨ ਹੁਣ ਇਹ ਕਰ ਰਿਹਾ ਕਿ ਬਈ ਜਿਹੜੇ ਇਹ 10 ਵੱਡੇ ਜੀ 'ਚ ਅਮਰੀਕਾ ਵੀ ਦੇਸ਼ ਹੈ, ਇਹਨਾਂ ਦੇ ਅੰਬੈਸਡਰਾਂ ਨੂੰ ਉਹਨੇ ਥ੍ਰੈਟ ਕੀਤੀ ਵੀ ਇੱਥੋਂ ਮੈਂ ਕੱਢ ਦੂੰ ਤੁਹਾਨੂੰ। ਤੇ ਇੱਕ ਬਹੁਤ ਪ੍ਰੋਮੀਨੈਂਟ ਉਹਦਾ ਦਾਨੀ ਸੀ, ਬਹੁਤ ਉਸਮਾਨ ਕਵਾਲਾ, 64 ਸਾਲਾਂ, ਤੇ 4 ਸਾਲ ਪਹਿਲਾਂ ਉਹਨੂੰ ਫੜਿਆ ਸੀ ਵੀ ਪ੍ਰੋਟੈਸਟ ਨੂੰ ਇਹ ਜਿੰਨੇ ਵੀ ਮੁਜ਼ਾਹਰੇ ਨੇ ਉਹਨਾਂ ਨੂੰ ਪੈਸੇ ਧੇਲੇ ਦਿੰਦਾ, ਤੇ ਉਸ ਨੂੰ ਛੱਡਿਆ। ਕੈਨੇਡਾ, ਡੈਨਮਾਰਕ, ਫਰਾਂਸ, ਜਰਮਨੀ, ਨੈਦਰਲੈਂਡ, ਨਾਰਵੇ, ਸਵੀਡਨ, ਫਿਨਲੈਂਡ, ਨਿਊਜ਼ੀਲੈਂਡ ਤੇ ਨਾਲ ਅਮਰੀਕਾ, ਤੇ ਇਹਨਾਂ ਨੇ ਕਿਹਾ ਵੀ ਇਹਨੂੰ ਕਵਾਲਾ ਨੂੰ ਛੱਡੋ ਇਹਨਾਂ ਦੇਸ਼ਾਂ ਨੇ। ਪਰ ਐਡਵਾਨ ਔਖਾ ਹੋ ਗਿਆ, ਤਾਂ ਕਹਿੰਦਾ ਤੁਸੀਂ ਦਖਲ ਅੰਦਾਜ਼ੀ ਕਰਦੇ ਹੋ ਮੇਰੇ ਨਾਲ, ਸਾਡੇ ਨਾਲ। ਮਤਲਬ ਪੰਜਾਬੀ ਦੇ ਕਹਿਣ ਵੀ ਤੁਸੀਂ ਦੱਸਣ ਦਾ ਕਰਦੇ ਹੋ, ਜਿਵੇਂ ਅੰਗਰੇਜ਼ ਪੰਜਾਬੀ ਕਹਿੰਦੇ ਹੁੰਦੇ ਨੇ। ਸੋ ਐਡਵਾਨ ਦੀ ਉਹਨੇ ਪਕੜ ਬੜੀ ਰੱਖੀ ਹੋਈ ਹੈ ਉਸ ਖਿੱਤੇ ਦੇ ਵਿੱਚ। ਨੈਟੋ ਦਾ ਮੇਨ ਮੈਂਬਰ ਹੈ ਤੇ ਨੈਟੋ ਨੂੰ ਉਸਨੂੰ ਸਾਂਭਣ ਲਈ ਉਹ ਬੰਨ ਮਾਰੀ ਬੈਠਾ ਹੈ ਸੀਰੀਆ ਨੂੰ, ਇਰਾਨ ਨੂੰ, ਇਰਾਕ ਨੂੰ, ਉਸ ਏਰੀਆ ਦੇ ਵਿੱਚੋਂ। ਪਰ ਫਰਾਂਸ ਆ ਜਿਹੜਾ ਉਹ ਗਰੀਸ ਨਾਲ ਰਲ ਕੇ ਉਸ ਏਰੀਏ 'ਚ ਬਹੁਤ ਆਪਣੀ ਪਾਵਰ ਬਿਲਡ ਕਰ ਰਿਹਾ। ਤੇ ਪਰ ਇਸ ਦੀ ਐਡਵਾਨ ਦੀ ਪਕੜ ਬਹੁਤ ਹੈ। ਜੇ ਦੋ ਦੇਸ਼ਾਂ ਦਾ ਤੁਸੀਂ ਤੁਰਕੀ ਨੂੰ ਵੇਖੋ, ਕਦੇ ਇਰਾਨ ਦਾ ਨਕਸ਼ਾ ਵੇਖਿਓ ਕਿ ਇਰਾਨ ਜਿਹੜਾ ਉਹ ਕਿੱਥੇ ਕਿੱਥੇ ਲੱਗਦਾ, ਕਿਹੜੇ ਕਿਹੜੇ ਪਾਣੀਆਂ ਨੂੰ ਲੱਗਦਾ। ਤੁਸੀਂ ਬਹੁਤ ਹੀ ਸਿਰੇ ਦੇ ਉਹਦੀਆਂ ਬਾਰਡਰ ਲਾਈਨਸ ਨੇ। ਰੂਸ ਬਹੁਤ ਵੱਡਾ ਹੈ, ਪਰ ਜਿਹੜਾ ਇਰਾਨ ਦਾ ਜਿਹੜਾ ਨਕਸ਼ਾ ਬੜਾ ਅਲੱਗ ਹੈ। ਤੇ ਸੋ ਐਡਵਾਨ ਜ਼ੋਰ ਫੜ ਰਿਹਾ ਜੀ, ਤੇ ਉਸ ਨੂੰ ਵੱਡੇ ਦੇਸ਼ਾਂ ਨੇ ਅਸਲ ਜਦ ਉਹਦੇ ਅਗੇਂਸਟ ਇੱਕ ਵਾਰ ਰਾਜ ਪਲਟੇ ਦੀ ਗੱਲ ਹੋਈ ਆ, ਉਹ ਬਹੁਤ ਉਹਨੂੰ ਇਹ ਅਮਰੀਕਾ 'ਚ ਬੈਠਾ ਕਲਰਕ ਹੈ ਜਿਹੜਾ ਇੱਕ ਉੱਥੋਂ ਭੱਜਿਆ ਹੋਇਆ ਧਾਰਮਿਕ ਉਹਨਾਂ ਦਾ ਨੇਤਾ ਹੈ, ਉਸ ਤੇ ਉਹ ਉਂਗਲ ਕਰਦਾ ਵੀ ਇੱਥੋਂ ਗੱਲ ਚੱਲੀ ਹੈ। ਤੇ ਪਰ ਕੰਟਰੋਲ ਉਸਨੇ ਆਪਣਾ ਬਹੁਤ ਰੱਖਿਆ ਹੈ। ਅੱਛਾ, ਟੈਸਲਾ ਬਹੁਤ ਅਮੀਰ ਹੋ ਗਿਆ ਕੰਮ। ਟੈਸਲਾ ਜਿਹੜਾ $1 ਟ੍ਰਿਲੀਅਨ ਦੀ ਮਾਰਕੀਟ ਵੈਲਿਊ ਹੋ ਗਈ ਟੈਸਲਾ ਦੀ ਅੱਜ। $1000 ਤੋਂ ਉੱਪਰ ਸ਼ੇਅਰ ਚਲੇ ਗਿਆ। ਕਾਰਨ ਇਹ ਹੋ ਗਿਆ ਵੀ ਕਾਰ ਰੈਂਟਲ ਕੰਪਨੀ ਜਿਹੜੀ ਹਰਟਜ਼ ਹੈ, ਉਹਨੇ 1 ਲੱਖ ਜਿਹੜੀਆਂ ਕਾਰਾਂ ਮਾਡਲ 3 ਸਡਾਨ ਉਹ ਆਰਡਰ ਕਰ ਦਿੱਤੀਆਂ। ਨਵੰਬਰ ਦੇ ਪਹਿਲੇ ਹਫ਼ਤੇ ਮਿਲਣੀਆਂ ਨੇ, ਤੇ ਸ਼ੇਅਰ $1000 ਤੇ ਟੈਸਲਾ ਦਾ ਚਲੇ ਗਿਆ। ਕਈਆਂ ਨੇ 600 ਤੇ ਲਏ ਸੀ, 400 ਵੱਧ ਗਏ। ਟੈਸਲਾ ਅੱਜ $1 ਟ੍ਰਿਲੀਅਨ ਦੀ ਮਾਰਕੀਟ ਵੈਲਿਊ ਵਾਲੀ ਜਿਹੜੀ ਕੰਪਨੀ ਬਣ ਗਈ। ਇਲਨ ਮਸਕ ਹੋਰ ਅਮੀਰ ਹੋ ਗਿਆ। 1:09 ਹੋਇਆ ਜੀ। ਸਾਰਿਆਂ ਦਾ ਧੰਨਵਾਦ ਹੈ। ਅੱਛਾ, ਜਿਹੜੀ ਮੈਂ ਗੱਲ ਸਰੀ ਨਾਓ ਲੀਡਰ ਦੀ ਕਰਦਾ ਸੀ,
ਪੇਪਰ ਦੇ ਵਿੱਚ 22 ਤਰੀਕ ਨੂੰ ਇਹ ਖਬਰ ਛਪੀ ਹੈ, ਸ਼ੁੱਕਰਵਾਰ ਨੂੰ। ਹੋਇਆ ਕੀ, ਕਲੋਵਰਡੇਲ ਦੇ ਵਿੱਚ ਇੱਕ ਨੀਲਾ ਜਿਹਾ ਘਰ ਹੈ ਸਾਈਡਿੰਗ ਵਾਲਾ, ਉਹਦੇ ਪਿੱਛੇ ਜਿਵੇਂ ਬੋਤਾ ਟੈਂਪੂ 'ਚ ਚਾੜੀਦਾ ਹੁੰਦਾ ਨਾ, ਛੱਤ ਦੇ ਨਾਲ 2 ਮੰਜ਼ਲਾ ਇੱਕ ਐਡੀਸ਼ਨ ਕਰ ਦਿੱਤਾ, ਉੱਪਰ ਤੇ ਥੱਲੇ। ਦੱਸ ਕੇ ਗਏ ਨੇ ਆਪਣਾ ਸਿੱਖੋ ਹੋਣੀ ਵੀ ਜੇ ਘਰ ਦੀ ਤੁਹਾਡੀ ਕਵਰੇਜ ਹੈ, ਘਰ ਲਾਟ ਵੱਡੀ ਹੈ, ਘਰ ਛੋਟਾ ਪਾਇਆ ਹੈ, ਤਾਂ ਉਸ ਨੂੰ ਤੁਸੀਂ ਘਰ ਦੇ ਨਾਲ ਐਡੀਸ਼ਨ ਕਰ ਸਕਦੇ ਹੋ, ਪਰ ਉਹਦਾ ਪਰਮਿਟ ਹੈ, ਪ੍ਰੋਪਰ ਪ੍ਰੋਸੀਜਰ ਹੈ, ਲੈ ਸਕਦੇ ਹੋ। ਅੱਛਾ, ਇਹਦੇ ਵਿੱਚ ਜਿਵੇਂ ਦਰਵਾਜ਼ੇ ਬਾਹਰ ਨੂੰ ਕੱਢੇ ਦਿਖਦੇ ਆ ਬਾਹਰਲੇ ਪਾਸੇ ਦੀ, ਤੇ ਪੌੜੀਆਂ ਚੜ੍ਹਦੀਆਂ ਕਰ ਦਿੱਤੀਆਂ। ਜਦ ਇਹ ਹੋਇਆ 8 ਦਿਨਾਂ ਦੇ ਵਿੱਚ ਇਲੀਗਲ ਸਵੀਟ ਇਹਨੂੰ ਲਿਖਿਆ ਉਹਨੇ ਪੁਰਾਣੇ ਘਰ 'ਚ। ਨਾਲ ਦੀ ਜਿਹੜੇ ਗੁਆਂਢਣ ਸੀ, ਉਸਨੇ ਜਿਹਦਾ ਨਾਂ ਪਰਮਜੀਤ, ਜਿਹੜੇ ਗੁਆਂਢੀ ਸੀ ਪਰਮਜੀਤ ਨਾਂ ਰੱਖਿਆ, ਦੱਸਿਆ ਉਹਨਾਂ ਨੇ। ਲਗਾਤਾਰ ਉਹ ਕਹਿੰਦੇ ਵੀ 8 ਦਿਨ ਇਹ ਕੰਮ ਚੱਲਿਆ ਜਦ ਨਵੇਂ ਓਨਰ ਨੇ ਲਈਆਂ ਚਾਬੀਆਂ। ਉਹਦੇ ਬਾਅਦ ਸਟਾਪ ਵਰਕ ਦਾ ਆਰਡਰ ਵੀ ਇਸ਼ੂ ਹੋਇਆ, ਪਰ ਕੰਮ ਨਹੀਂ ਰੁਕਿਆ। ਹੁਣ ਕਹਿੰਦੇ 4 ਸਵੀਟਸ ਇਹ ਘਰ 'ਚ ਹੋ ਗਈਆਂ ਇੱਕੋ ਇਲੈਕਟ੍ਰੀਕਲ ਪੈਨਲ ਤੇ। ਉਹ ਕਹਿੰਦੇ ਵੀ ਸਿਟੀ ਨੂੰ ਅਸੀਂ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕੋਈ ਪਰਮਿਟ ਇਹਦੇ ਇਸ਼ੂ ਨਹੀਂ ਹੋਇਆ ਤੇ ਕੋਈ ਵੀ ਸਿਟੀ ਨੇ ਇਹਦੀ ਇੰਸਪੈਕਸ਼ਨ ਨਹੀਂ ਕੀਤੀ। ਤੇ ਉਹ ਕਹਿੰਦੇ ਵੀ ਸਾਨੂੰ ਇਹ ਵੀ ਨਹੀਂ ਪਤਾ ਵੀ ਕੰਮ ਅਪ ਟੂ ਡੇਟ ਹੈ, ਜੇ ਲੀਗਲ ਹੈ, ਇਹ ਲੀਗਲ ਹੈ ਤਾਂ ਠੀਕ ਹੈ, ਸਾਨੂੰ ਕਹਿੰਦੇ ਪਤਾ ਨਹੀਂ, ਅਸੀਂ ਗੁਆਂਢ 'ਚ ਬੈਠੇ ਹਾਂ, ਜਿਵੇਂ ਬਰੂਦ ਦੇ ਢੇਰ ਤੇ ਬੈਠੇ ਹਾਂ, ਕੁਛ ਵੀ ਹੋ ਸਕਦਾ, ਅੱਗ ਲੱਗ ਸਕਦੀ ਆ, ਸਾਡਾ ਨਾਲ ਘਰ ਹੈ। ਤੇ ਪਰਮਜੀਤ ਹੋਣੀ ਕਹਿੰਦੇ ਵੀ ਸਿਟੀ ਨੂੰ ਜਦ ਕਈ ਵਾਰ ਮੈਂ ਫੋਨ ਕੀਤਾ ਤਾਂ ਸਿਟੀ ਨੇ ਇਹ ਕਿਹਾ, ਦ ਸਿਟੀ ਟੋਲਡ ਮੀ ਦੇयर ਇਜ਼ ਨਥਿੰਗ ਦੇ ਕੈਨ ਡੂ। ਤੇ ਉਹ ਕਹਿੰਦੀ ਮੈਂ ਬੜੀ ਕੰਸਰਨ ਹੋਈ ਕਿ ਸਿਟੀ ਦੀ ਇਨਐਕਸ਼ਨ ਡਿਊਰਿੰਗ ਕੰਸਟਰਕਸ਼ਨ ਤੇ ਆਫਟਰ ਕਮਾਲ ਹੋ ਗਈ। ਮੈਂ ਇੱਕ ਦਿਨ ਅੱਗੇ ਵੀ ਸੁਣਾਇਆ ਸੀ, ਟਰੀ ਡਿਪਾਰਟਮੈਂਟ ਆ ਨਾ ਸ਼ਹਿਰ ਦਾ, ਹੁਣ ਮਾਤੜ ਕੋਈ ਵੀ ਆ, ਕੋਈ ਕਹਿੰਦਾ ਵੀ ਆਰਬਰੈਸ ਨੇ ਕਹਿਤਾ ਦਰਖਤ ਪੱਟਤੇ, ਨਵੇਂ ਨੇ ਲਵਾਤੇ, ਉਹ ਵੀ ਆਰਬਰੈਸ ਨੇ ਲਵਾਤੇ, ਤੇ ਸਿਟੀ ਵਾਲੀ ਅਫਸਰ ਨਹੀਂ ਆਉਂਦੀ ਆ ਵੱਡੀ, ਉਹ ਕਹਿੰਦੇ ਨੋ ਡਾਂਗਰੀ ਜੀ ਪਾ ਕੇ ਤੇ ਹੱਥ 'ਚ ਖੁਰਪੀ ਫੜ ਕੇ ਉਹ ਜਾਂ ਗੇੜਾ ਦਿੰਦੇ, ਕਹਿੰਦੇ ਨਾ 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 ਇਹਦਾ ਦਰਖਤ ਗਲਤ ਲੱਗੇ ਨੇ, ਟਰੀ ਬੌਂਡ 20,000 ਆ, ਅਸੀਂ ਨਹੀਂ ਦਿੰਦੇ ਤੇਰਾ। ਤੇ ਜਿਹੜਾ ਮਾਤੜ ਜਿਹਨੂੰ ਪਤਾ ਹੀ ਨਹੀਂ ਵੀ ਇਹ ਕਿਵੇਂ ਪਟਾਉਣੇ ਨੇ, ਕਿਵੇਂ ਲਵਾਉਣੇ ਨੇ, ਉਹ ਤਾਂ ਪ੍ਰੋਫੈਸ਼ਨਲਾਂ ਦੇ ਰਾਹੀਂ ਫੀਸਾਂ ਦੇ ਰਿਹਾ ਪ੍ਰੋਫੈਸ਼ਨਲਾਂ ਨੂੰ। ਤੇ ਸਿਟੀ ਦੀ ਟਰੀ ਡਿਪਾਰਟਮੈਂਟ ਲੋਕਾਂ ਦੇ ਵਿੱਚ ਇਹ ਆਵੇ 80% ਉਹ ਕਿਸੇ ਦਾ ਬੌਂਡ ਨਹੀਂ ਮੋੜਦੀ। ਤੇ ਜ਼ਿਆਦਾ ਆਟਾ ਗੁੰਦੀ ਦਾ ਸਿਰ ਹਿਲਣਾ, ਉਹਨਾਂ ਨੇ ਤਾਂ ਕੁਛ ਕੱਢ ਦੇਣਾ, ਇਹਦੀਆਂ ਜੜ੍ਹਾਂ ਛੋਟੀਆਂ ਨੇ, ਇਹ ਜੜ੍ਹਾਂ ਵੱਡੀਆਂ ਨੇ, ਇਹਦੇ ਪੱਤੇ ਪਹਿਲਾਂ ਆਉਂਦੇ ਨੇ, ਇਹ ਪੱਤੇ ਛੋਟਾ ਹੈ, ਇਹਦਾ ਸਾਈਜ਼ ਘੱਟ ਹੈ, ਇੰਨੇ ਗੈਲਨ ਦਾ ਲਾਉਣਾ ਸੀ। ਮਤਲਬ ਜੇ ਰੱਖਣਾ ਤਾਂ ਤੁਸੀਂ ਨਹੀਂ ਲੈ ਸਕਦੇ। ਤੇ ਦੂਜੇ ਬੰਨੇ ਆਹ ਜਿਹੜਾ ਠਈਆ ਹੁੰਦਾ 8 ਦਿਨਾਂ 'ਚ ਅਗਲੇ ਛੱਤ ਕੇ ਬਰਾਬਰ ਦਾ ਕਰਤਾ। ਪੜ੍ਹ ਲਿਓ ਖਬਰ, ਸਰੀ ਨਾਓ ਲੀਡਰ ਤੇ ਜਾ ਕੇ ਦੇਖ ਲਿਓ, ਕਲੋਵਰਡੇਲ ਵੋਮਨ ਵਰੀਡ ਅਬਾਊਟ ਇਲੀਗਲ ਸਵੀਟ, ਦੇਖਿਓ ਫੋਟੋਆਂ ਜਾ ਕੇ। ਅੱਛਾ, ਹੁਣ ਇਹ ਮੁੱਦੇ ਨੇ, ਇਹਦੇ ਤੇ ਰਾਏ ਜਿਨ੍ਹਾਂ ਨੇ ਛਾਪੀਆਂ ਜਿਹੜੇ ਬਣਾ ਰਹੇ ਨੇ ਉਹ ਅਗੇਂਸਟ ਵੀ ਇਹਦੇ ਨੇ। ਜਿਹੜੇ ਆਮ ਇੱਕ ਸਰੀ ਦੇ ਵਿੱਚ ਗੱਲ ਚੱਲ ਰਹੀ ਆ ਹੁਣ ਸਾਤੋਂ ਬਿਨਾਂ ਮੇਨ ਸਟ੍ਰੀਮ ਸੁਸਾਇਟੀ ਦੇ ਵਿੱਚ, ਤੁਸੀਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਦੇਖਿਓ ਗੱਲਾਂ ਕੀ ਨਿਕਲਦੀਆਂ ਨੇ, ਕੀ ਲੋਕ ਸਾਡੇ ਲਈ ਸੋਚ ਰਹੇ ਨੇ ਸਰੀ ਦੇ, ਜਿਨ੍ਹਾਂ 'ਚ ਆ ਕੇ ਅਸੀਂ ਬਸੇ ਹਾਂ। ਅੱਛਾ, ਉਹ ਕਹਿੰਦੇ ਵੀ ਸਿਟੀ ਨੇ ਕਹਿਤਾ ਵੀ ਕੋਈ ਪਰਮਿਟ ਇਸ਼ੂ ਨਹੀਂ ਹੋਇਆ, ਕੋਈ ਇੰਸਪੈਕਸ਼ਨ ਨਹੀਂ ਹੋਈ, ਤੇ ਕਹਿੰਦੀ ਸਾਨੂੰ ਨਹੀਂ ਪਤਾ ਵੀ ਕੰਮ ਅਪ ਟੂ ਕੋਡ ਹੈ, ਜੇ ਲੀਗਲ ਹੈ ਤਾਂ ਠੀਕ ਹੈ। ਤੇ ਸਿਟੀ ਕਹਿ ਰਹੀ ਹੈ ਵੀ ਅਸੀਂ ਨਹੀਂ ਕੁਛ ਕਰ ਸਕਦੇ। ਉਹ ਕਹਿੰਦੀ ਮੈਂ ਬਹੁਤ ਫੋਨ ਕਾਲਸ ਕੀਤੀਆਂ ਬਿਲਡਿੰਗ ਤੇ ਇੰਸਪੈਕਸ਼ਨ ਵਾਲਿਆਂ ਨੂੰ, ਉੱਥੇ ਕੇਸਰੀ ਨਾਲ ਮੈਂ ਸਿਟੀ 'ਚ ਗੱਲ ਕੀਤੀ ਵੀ ਮੈਂ ਉਹਨੂੰ ਕਿਹਾ ਵੀ ਸਟਾਪ ਵਰਕ ਤੁਹਾਡਾ ਲਾਉਣ ਦਾ ਕੀ ਮਤਲਬ ਹੈ, ਜੇ ਫੇਰ ਵੀ ਕੰਮ ਹੋ ਜਾਂਦਾ। ਉਹ ਕਹਿੰਦੀ ਉਹ ਮੈਨੂੰ ਕਹਿੰਦੀ ਵੀ ਇਹ ਸਟਾਪ ਵਰਕ ਤੋਂ ਬਾਅਦ ਅਸੀਂ ਇਲੀਗਲ ਬਿਲਡਰ ਨੂੰ 30 ਦਿਨ ਦਿੰਦੇ ਆ ਵੀ ਅਪਲਾਈ ਕਰ ਲਾ ਪਰਮਿਟ।
ਕਹਿੰਦੀ ਮੈਂ ਉਹਨੂੰ ਕਿਹਾ ਵੀ ਉਹਨੇ ਕਾਹਦੇ ਲਈ ਪਰਮਿਟ ਲਈ ਅਪਲਾਈ ਕਰਨਾ, ਉਹਨੇ ਤਾਂ ਬਣਾ ਲਿਆ ਸਾਰਾ, ਉਹਦਾ ਨਿਬੜ ਗਿਆ ਕੰਮ। ਅੱਛਾ, ਜਦ ਕਹਿੰਦੀ 30 ਦਿਨ ਹੋ ਗਏ, ਕਹਿੰਦੀ ਮੈਂ ਫੇਰ ਫੋਨ ਕਰ ਲਿਆ ਸਿਟੀ ਨੂੰ। ਇਹ ਜਿਹੜੇ ਨਾ ਰਿਸਪੈਕਟਡ ਜਿਹੜੇ ਸਿਟੀਜ਼ਨ ਨੇ, ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ, ਇਹ ਉਹਨਾਂ ਦੀਆਂ ਗੱਲਾਂ ਨੇ। ਜਿਹੜਾ ਗੁਆਂਢੀ ਨਾਲ ਕਾਹਨੂੰ ਬਰਾੜ ਨਹੀਂ ਹੈ, ਰਹਿਣ ਦੋ, ਇਹ ਅੱਧੀ ਰਾਤ ਤੱਕ ਖੌਰੂ ਪਾਈ ਜਾਣ ਭੰਗੜਾ, ਇੱਕ ਅੱਧੇ ਦਿਨ ਦੀ ਗੱਲ ਆ, ਕਾਹਨੂੰ ਕਰਨੀ ਹੈ, ਇਹ ਨਹੀਂ ਕਹਾਣੀ ਹੈ ਯਾਰ। ਉਹ ਕਹਿੰਦੀ ਮੈਂ 30 ਦਿਨ ਬਾਅਦ ਫੇਰ ਫੋਨ ਕਰ ਲਿਆ ਤੇ ਕੰਮ ਰੁਕਿਆ ਨਾ ਉਸ ਸਮੇਂ। ਕਹਿੰਦਾ ਫੇਰ ਮੈਂ ਉਸੇ ਇਸਤਰੀ ਨਾਲ ਗੱਲ ਕੀਤੀ ਜਿਹਨੇ ਮੈਨੂੰ ਦੱਸਿਆ। ਕਹਿੰਦੀ ਉਹ ਕਹਿੰਦੀ there is nothing we can do to help you, we have done our part and she told me I had to call ਬਾਈਲਾ ਚੱਕ। ਉਹ ਕਹਿੰਦੀ ਮੈਂ ਫਿਰ ਬਾਈਲਾ ਨੂੰ several times ਕਈ ਵਾਰ ਫੋਨ ਕੀਤਾ ਤੇ ਬਾਈਲਾ ਵਾਲੇ ਆਏ ਵੀ ਨੇ ਕਈ ਵਾਰ। ਕੰਸਟਰਕਸ਼ਨ ਵਰਕਰਸ ਵਾਲੇ ਬੰਦਿਆਂ ਨੇ ਸਪੋਰਟਰ ਰੱਖ ਲਏ ਬਾਹਰ, ਝਾਤੀ ਮਾਰਨ ਵਾਲੇ ਰੋਡ ਤੇ ਬੱਸ ਸਟੈਂਡ ਤੇ। ਕਹਿੰਦਾ ਜਦ ਉਹ ਆਉਂਦੇ ਤੇ ਉਹ ਸੀਟੀ ਮਾਰ ਦਿੰਦੇ, ਕੰਮ ਕਰਨ ਵਾਲੇ ਲੁਕ ਜਾਂਦੇ, ਉੱਥੇ ਕੋਈ ਨਾ ਹੁੰਦਾ, ਮੁੜਿਆ ਆਉਂਦੇ ਬਾਈਲਾ ਵਾਲੇ। ਜਦ ਕਹਿੰਦੀ ਸਟਾਪ ਵਰਕ ਦਾ ਆਰਡਰ ਲੱਗਿਆ, ਉਹਦੇ ਬਾਅਦ ਸਾਰਾ ਕੰਮ, ਮੈਜੋਰਿਟੀ ਦਾ ਕੰਮ ਉਸ ਸਮੇਂ ਹੋਇਆ, ਰਾਤਾਂ ਨੂੰ ਤੇ ਵੀਕਐਂਡ ਤੇ। ਕਹਿੰਦੀ ਮੈਨੂੰ ਉਸ ਇਸਤਰੀ ਨੇ, ਬਿਲਡਿੰਗ ਤੇ ਇੰਸਪੈਕਸ਼ਨ ਸਿਟੀ ਅਫਸਰੀ ਦੀ ਨੇ, ਕਹਿੰਦੀ ਮੈਨੂੰ ਦੱਸਿਆ ਵੀ ਇਹੋ ਜਿਹਾ ਕੁਛ ਸਾਰੇ ਸ਼ਹਿਰ 'ਚ ਹੋ ਰਿਹਾ। ਨਥਿੰਗ ਕਹਿੰਦੀ ਸਿਟੀ ਜਾਂ ਰੈਜ਼ੀਡੈਂਸ ਕੁਡ ਡੂ ਅਬਾਊਟ ਇਟ। ਵਾਹ। ਤੇ ਪਰਮਜੀਤ ਕਹਿੰਦੀ that is unacceptable। ਉਹ ਕਹਿੰਦੀ ਵੀ ਸਿਟੀ ਦੰਦ ਕਰੇ ਥੋੜੀ ਜਿਹੀ ਤਿੱਖੇ ਕੋਈ ਸਟਾਪ ਵਰਕ ਦੇ ਆਰਡਰ, ਤੇ ਜੇ ਕੋਈ ਬੇਸਮੈਂਟ ਸੂਈਟ ਬਣਾ ਰਹੇ ਹੋ, ਜੇ ਪਰਮਿਟ ਤੋਂ ਬਿਨਾਂ ਬਣਾ ਰਹੇ ਹੋ, ਕਿਵੇਂ ਬਣਾ ਰਹੇ ਹੋ? ਉਹ ਕਹਿੰਦੀ ਵੀ ਮੈਂ ਉਹਨੂੰ ਕਿਹਾ ਵੀ ਜੇ ਉਹਨਾਂ ਨੇ ਐਕਸਪੈਂਡ ਕਰਨਾ ਘਰ ਦਾ, ਗੋ ਫॉर ਇਟ, ਬਟ ਗੋ ਥਰੂ ਦਾ ਪ੍ਰੋਪਰ ਚੈਨਲ, ਕੁਛ ਕਰ। ਉਹ ਕਹਿੰਦੀ ਇੱਕ ਬੰਨੇ ਬਿਲਡਰ ਇਹ ਹੈ ਜਿਹੜਾ ਪ੍ਰੋਪਰ ਚੈਨਲ ਦੇ ਨਾਲ ਪਰਮਿਟਾਂ ਦਾ ਪੇ ਕਰਦਾ, ਇੰਸਪੈਕਸ਼ਨ ਕਰਾਉਂਦਾ, ਦੂਜੇ ਬੰਨੇ ਬਿਲਡਰ ਵੀ ਹੈ, ਉਹਦੇ ਕੋਲ ਕੋਈ ਪਰਮਿਟ ਨਹੀਂ ਤੇ ਕੋਈ ਉਹ ਇੰਸਪੈਕਸ਼ਨ ਦੀ ਫੀਸ ਨਹੀਂ ਕੀਤੀ, ਨਾ ਇੰਸਪੈਕਸ਼ਨ ਉਹਨੇ ਕਰਾਈ ਹੈ, ਤੇ ਉੱਥੇ ਦੇ ਉਹ ਕਿਰਾਏਦਾਰਾਂ ਨੂੰ ਤੇ ਗੁਆਂਢੀਆਂ ਨੂੰ ਰਿਸਕ ਤੇ ਪਾ ਰਿਹਾ। ਤੇ ਰੈਂਟਰ ਨੂੰ ਕੋਈ ਨਹੀਂ ਪਤਾ ਵੀ ਬਿਲਡਿੰਗ ਇਲੀਗਲ ਆ ਜਾਂ ਲੀਗਲ ਆ। ਵੀ ਤੁਸੀਂ ਕਿਰਾਏਦਾਰ ਜਿਹੜੇ ਨੇ ਉਹ ਵੀ ਰਿਸਕ ਤੇ, ਗੁਆਂਢੀ ਵੀ ਰਿਸਕ ਤੇ। ਸਾਰਾ ਕਹਿੰਦੇ everyone around here is wondering when this is going to go up in flames। ਉਹ ਕਹਿੰਦੇ ਅਸੀਂ ਸਾਰੇ ਆਲੇ ਦੁਆਲੇ ਇਹ ਸੋਚਦੇ ਵੀ ਇੱਥੇ ਕਾਹਦਾ ਅੱਗ ਲੱਗਣੀ ਹੈ, ਕੁਛ ਨਹੀਂ ਪਤਾ। ਸਿਟੀ ਨੂੰ ਕੁਛ ਕਰਨਾ ਚਾਹੀਦਾ, ਉਹ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ। ਸਿਟੀ ਨੂੰ ਲੋਕਾਂ ਨੂੰ ਜੁਰਮਾਨੇ ਕਰਨੇ ਪੈਣੇ ਜਿਹੜੀ ਕੋਈ ਨਾਨ ਪਰਮਿਟਡ ਕੰਸਟਰਕਸ਼ਨ ਹੈ। ਉਹ ਕਹਿੰਦੀ ਜੇ ਕੰਮ ਸਟਾਪ ਵਰਕ ਤੋਂ ਬਾਅਦ ਵੀ ਚੱਲਦਾ ਹੈ ਤਾਂ ਸਿਟੀ ਓਨਰ ਨੂੰ ਸੂ ਕਰੇ। ਉਹ ਕਹਿੰਦੇ ਜਦ ਤੱਕ ਇਹਦੇ ਤੇ ਕੁਛ ਤਕੜੇ ਐਕਸ਼ਨ ਨਹੀਂ ਲੈ ਜਾਂਦੇ, ਇਸ ਨਹੀਂ ਰੁਕਣਾ। ਸਰੀ ਨਾਓ ਲੀਡਰ ਕਹਿੰਦੇ ਨਾ ਸਿਟੀ ਨੇ ਨਾ ਓਨਰ ਨੇ, ਉਹਨਾਂ ਨੇ ਸਾਡੀ ਇੰਟਰਵਿਊ ਦੀ ਰਿਕੁਐਸਟ ਜਿਹੜੀ ਹੈ ਹਲੇ ਉਹਦੇ ਤੇ ਕੋਈ ਨਹੀਂ ਬੋਲਿਆ। ਲਓ ਜੀ, ਇਹ ਖਬਰ ਪੂਰੀ ਛਪੀ ਹੋਈ ਹੈ ਸਰੀ ਨਾਓ ਲੀਡਰ 'ਚ। 22 ਅਕਤੂਬਰ ਨੂੰ ਮੈਲਨ ਜਾਰਡਨ ਨੇ ਛਾਪੀ ਆ, ਗਲੋਬਲ ਵੂਮਨ ਵਰੀਡ ਅਬਾਊਟ ਇਲੀਗਲ ਸੂਈਟ। ਇਹ ਤੁਹਾਡੇ ਸ਼ਹਿਰ ਦਾ ਹਾਲ ਹੈ, ਸਿਟੀ ਆਫ ਸਰੀ, ਜਿੱਥੇ ਕਹਿੰਦੇ 12-14 ਹਜ਼ਾਰ ਬੰਦਾ ਆਉਂਦਾ, ਜਿੱਥੇ ਕਹਿੰਦੇ ਟਾਵਰ ਤੇ ਟਾਵਰ ਖੜਕਦਾ ਡਾਊਨਟਾਊਨ ਦੇ ਵਿੱਚ। ਇਹ ਤਾਂ ਡਾਊਨਟਾਊਨ ਬਣ ਜਾਣਾ ਤਾਂ ਜੀ, ਅੱਗ ਲੱਗ ਜਾਣੀ ਹੈ ਜੀ। ਇੱਥੇ ਤਾਂ ਲੱਭਣਾ ਹੀ ਕੱਖ ਨਹੀਂ ਜੀ। ਇੱਥੇ ਤਾਂ ਇੱਧਰ ਨੂੰ ਜਾ ਰਹੀ ਹੈ ਸਿਟੀ, ਇੱਧਰ ਨੂੰ ਜਾ ਰਹੀ ਹੈ ਸਿਟੀ, ਉੱਧਰ ਨੂੰ ਜਾ ਰਹੀ ਹੈ ਸਿਟੀ। ਉਹ ਸਿਟੀ ਭਾਈ ਸਾਹਿਬ ਉਹ ਆਮ ਮਾਤਰ ਦੀ ਨਹੀਂ ਜਾ ਰਹੀ 825 ਵਾਲੇ, ਜਿਹਨਾਂ ਦੀ ਜਾ ਰਹੀ ਆ ਉਹਨਾਂ ਨੂੰ ਪਤਾ। ਜਿਹੜੇ ਤੁਹਾਡੀ ਲਿਮਟ ਤੋਂ ਬਾਹਰ ਨੇ, ਜਿਹੜੇ ਮੀਡੀਆ ਦੀ ਲਿਮਟ ਤੋਂ ਬਾਹਰ ਨੇ, ਜਿਨ੍ਹਾਂ ਦੀਆਂ ਬਹੁਤ ਡੂੰਘੀਆਂ ਜੇਬਾਂ, ਜਿਨ੍ਹਾਂ ਦਾ ਸਵੇਰੇ 8 ਤੋਂ ਰਾਤ ਦੇ 8 ਤੱਕ 12 ਵਜੇ ਤੱਕ ਕੰਮ ਇਹ ਸੂਹ ਲੈਣੀ, ਸੂਹ ਦੇਣੀ, ਗੱਲ ਕਰਨੀ, ਇੱਥੇ ਆ ਹੋ ਗਿਆ, ਇੱਥੇ ਉਹ ਹੋ ਗਿਆ, ਇੱਥੇ ਹੋ ਗਿਆ, ਤੇ ਟਰੈਵਲ ਕਰਨੀ, ਇੱਧਰ ਉੱਧਰ ਹੱਥ ਪੈਰ ਮਾਰਨੇ ਤੇ ਮੀਡੀਆ 'ਚ ਇਨਫਲੂਐਂਸ ਕਰਨਾ। ਜਿਹੜੇ ਬੇਨਾਮੀ ਮੀਡੀਆ ਆਊਟਲੈਟ ਚਲਾਉਂਦੇ ਨੇ, ਜਿਨ੍ਹਾਂ ਦਾ ਨਾਂ ਨਹੀਂ ਹੈ ਉੱਥੇ,
ਤੇ ਤੁਸੀਂ ਇਸ ਸ਼ਹਿਰ ਦੇ ਵਿੱਚ ਰਹਿਣ ਵਾਲਾ 6 ਲੱਖ ਬੰਦਾ ਹੈ, ਕੀ ਅਸੀਂ 6 ਲੱਖ ਜਿਹੜਾ ਬੰਦਾ ਬੈਠਾ ਮਜਾਰੇ ਅਸੀਂ ਕਿਸੇ ਕੀ ਅਮੀਰ ਬੰਦਾ ਸਾਨੂੰ ਸਾਡੇ ਘਰੇ ਜਿਹੜੇ ਮਹੀਨੇ $5,000 ਦੇ ਕੇ ਜਾਂਦਾ? ਕਾਹਦੇ ਲਈ ਸਾਡੇ ਦਿਮਾਗ ਦੇ ਵਿੱਚ ਆ ਗਈ ਗੱਲ ਵੀ ਆ ਅਮੀਰ ਆ ਇਹਦੇ ਕੋਲ ਆਹਾ, ਇਹ ਤਾਂ ਜੀ ਆਹ ਹੋ ਗਿਆ, ਇਹਨੇ ਇੰਨਾ ਟਰੱਕ ਲੈ ਲਿਆ, ਇਹਦੇ ਕੋਲ ਆਹਾ। ਅੱਛਾ ਦੱਸਣਗੇ ਇਹਨੇ ਉੱਥੇ ਲੈ ਲੈ ਕੀ ਲੈ ਇੱਥੇ ਬਾਈ, ਇਹ ਦਾ ਤਾਂ ਗੱਲਾਂ ਬਹੁਤ ਯਾਰ ਕਮਾਲ ਕਰਦੇ ਹੋ ਤੁਸੀਂ। ਜਿਹੜਾ ਝਾਲ ਝੱਲਦਾ ਮੀਡੀਆ ਪੈਸੇ ਵਾਲੇ ਦੀ, ਉਹ ਝੱਲੇ। ਜਿਹਨੂੰ ਖਾਕੀ ਨੋਟ ਤੇ ਖਾਕੀ ਲਿਫਾਫੇ ਪਸੰਦ ਨੇ ਉਹਨੇ ਗਰਦਨ ਦੇ ਵਿੱਚ ਗੁਲਾਮੀ ਦਾ ਪਟਾ ਪਵਾਵੇ ਸੰਗਲੀ। ਜਿਹੜਾ ਚਾਹ ਵਾਲੀ ਦੀਵਾਰ ਉਹਦੇ ਵੱਲ ਝਾਕ ਕੇ ਦਿਖਾਉਣ ਤਾਂ ਪੈਸੇ ਵਾਲੇ ਕੌਣ ਨੇ? ਇਹ ਕੀ ਕਰ ਲੈਣਗੇ? ਇਹ ਜਿਹੜੀ ਗੱਲ ਸੱਚ ਹੈ ਉਹ ਤੁਸੀਂ ਕਿਉਂ ਨਹੀਂ ਕਹਿੰਦੇ? ਕਿਉਂ ਝਿਜਕਦੇ ਹੋ? ਇਹ ਅਮੀਰਾਂ ਨੇ ਤੁਹਾਨੂੰ 100 ਲਾਟਾਂ ਦੇ ਵਿੱਚੋਂ ਪਾ ਕੇ ਲੋਟਰੀ ਫ੍ਰੀ ਦੇ ਦੇਣੀਆਂ ਨੇ। ਤੇ ਕੱਢੋ ਤਾਂ ਸਹੀ ਮਰੀ ਜਾਂ ਪੋਥੀਆਂ ਪਿਛਲੇ 20 ਸਾਲਾਂ ਦੀਆਂ ਵੀ ਕਿਹੜੇ ਅਮੀਰ ਸੀ, ਕੌਣ ਅਮੀਰ ਸੀ, ਕਿੱਥੋਂ ਬਣੇ ਅਮੀਰ। ਜਿਹੜੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਜਿਹੜੀ ਮਾਸਟਰਜ਼ ਕਰਕੇ ਆਏ ਨੇ ਬਿਜ਼ਨਸ ਡਿਵੈਲਪਮੈਂਟ ਦੀ, ਸੂਤ ਹੈ, ਸੂਤ ਨਹੀਂ ਹੈ, ਜਗਾੜ ਹੈ। ਇਹ ਜਿਹੜੀ ਕਹਾਣੀ ਚੱਲ ਰਹੀ ਹੈ ਨਾ ਸ਼ਹਿਰ ਦੇ ਵਿੱਚ ਤੁਹਾਡੇ, ਇਹ ਤੁਸੀਂ 5-7 ਬੰਦਿਆਂ ਦੀ ਕਹਾਣੀ ਨਹੀਂ ਹੈ, ਇਹ ਤੁਹਾਡੀ ਕਹਾਣੀ ਹੈ। ਜਿਹੜਾ 5 ਲੱਖ 5.5 ਲੱਖ ਬੰਦਾ ਵਸਦਾ ਹੈ, ਜਿਹੜਾ ਰਾਜਨੀਤਿਕ ਬੰਦਾ ਆਉਂਦਾ ਹੈ ਥਾਪੜੀ ਥਾਪਾ ਦੇ ਕੇ ਸਾਨੂੰ ਕੰਡ ਸਾਡੀ ਰਗੜੀ ਵੋਟਾਂ ਪਵਾ ਕੇ ਕੋਈ ਵਿਕਟੋਰੀਆ ਜਾ ਵੜਦਾ, ਕੋਈ ਆਟਵਾ ਜਾ ਵੜਦਾ, ਕਿਹੜਾ ਪੁੱਛਦਾ? ਇੱਥੇ ਚਹੇਤਿਆਂ ਨੂੰ ਲਿਜਾ ਕੇ ਫਿਰ ਉੱਥੇ ਬਦਾਮ ਰੋਗ ਨਾਲ ਕਰਾਉਂਦੇ ਨੇ ਮਾਲਸ਼ਾਂ, ਤੇ ਜਿੱਦਣ ਆ ਬਦਲ ਲੈਣ ਤੋਂ ਲੀਡਰਸ਼ਿਪ ਦੂਜੀ ਪਾਰਟੀ ਦੀ, ਫਿਰ ਦੇਖਿਓ ਬਦਾਮ ਰੋਗਨ ਦਾ ਸਵਾਦ ਬਰੋਕਰ ਦੱਸਣਗੇ ਤੁਹਾਨੂੰ ਵੀ ਕੀ ਕਿਹੜਾ ਫਿਰ ਬਟਰਿੰਗ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ। ਕਾਰਨ ਕੀ ਹੈ? ਸਾਡੇ ਜਿਹੜੀ ਗਰੁੱਪਿੰਗ ਆ ਸਾਡੀ, ਲੋਕਾਂ ਦਾ ਇੱਕ ਤਲ ਤੇ ਨਾ ਖੜਨਾ। ਇਹ ਪੋਲੀਟੀਕਲ ਬੰਦਿਆਂ ਨੂੰ ਇਹ ਪਤਾ ਲੱਗ ਜਾਣਾ ਵੀ ਇਹਨਾਂ ਦਾ ਕੀ ਹੈ, ਇਹ ਤਾਂ ਬਰਾ ਲੈਣੇ ਨੇ। ਅਸੀਂ ਮਹੀਨਾ ਕਰਾਵਾਂਗੇ ਤਾਬੜ ਤੋੜ ਹਮਲੇ ਤੇ 5-5 7-7 ਘੰਟੇ ਲਵਾਵਾਂਗੇ ਰੇਡੀਓ ਤੇ ਇਹਨਾਂ ਵੋਟਾਂ ਪਾ ਦੇਣੀਆਂ ਨੇ। ਪਰ ਸ਼ਹਿਰ ਦਾ ਤੁਹਾਡਾ ਮਹਾਂਦਰਾ ਬਦਲ ਰਿਹਾ ਮਿੱਤਰੋ, ਇਹਦੇ ਤੇ ਐਕਟ ਕਰਨਾ ਪੈਣਾ। ਦਲਵੀਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ ਇਹਦੇ ਵਿੱਚ ਨਾ ਜੀ ਕਸੂਰਵਾਰ ਸਿਟੀ ਵੀ ਅਸੀਂ ਸਾਰੇ ਹੀ ਹੈਗੇ ਹਾਂ। ਦੇਖੋ ਸਿਟੀ ਵਾਲਿਆਂ ਨੇ ਵੀ ਜਿਹੜੀਆਂ ਤੁਸੀਂ ਦੇਖ ਲਈ ਗੱਲ ਅੱਗੇ ਵੀ ਤੁਸੀਂ ਗੱਲ ਕਰਦੇ ਹੁੰਦੇ ਹੋ ਬੈਕ ਸਾਈਡ ਦੇ ਪਿੱਛੇ ਪਿਛਲੀ ਜਾ ਕੇ ਜਾੜੀ ਛੱਤ ਲਈ ਇਹ ਦੇਖੋ ਇਹ ਕੰਮ ਇਹਨਾਂ ਨੇ ਰੋਕਣੇ। ਹੋਰ ਰੋਕਣੇ ਕਿਹਨੂੰ ਆ ਜੀ? ਔਰ ਡੈਲਟਾ ਦੇ ਵਿੱਚ ਸੇਮ ਚੀਜ਼ ਕਰਕੇ ਦੇਖ ਲਓ, ਅਗਲੇ ਜਦ ਤੱਕ ਢਵਾਉਂਦੇ ਨਹੀਂ ਹੈ ਉਹ ਹਟਦੇ ਨਹੀਂ ਹੈ। ਤੇ ਸੈਕਿੰਡ ਦਿਨ ਮੈਂ ਦੱਸਾਂ, ਦੇਖੋ ਆਪਾਂ ਓਵਰਆਲ ਇਹ ਮੇਅਰ ਸਾਹਿਬ ਨੇ ਸੀ ਕੌਂਸਲ ਲਿਆਂਦੀ ਸੀ ਜੀ, ਇਹ ਵਧੀਆ ਕੋਈ ਕੰਮ ਕਰਨਗੇ। ਅੱਗੇ ਵੀ ਤੁਹਾਨੂੰ ਮੈਂ ਇੱਕ ਵਾਰੀ ਗੱਲ ਕੀਤੀ ਸੀ, ਨਾਗਰਾ ਸਾਹਿਬ ਆਏ ਸੀ, ਸਾਲ ਲੱਗਦਾ ਆ ਪਰਮਿਟ ਲੈਣ ਨੂੰ। ਲੋਕੀ ਕਹਿੰਦੇ ਕਿਹੜੇ ਜਾਬਾਂ ਦਾ ਵਿੱਚ ਪੈਣਾ ਯਾਰ, ਕੋਈ ਵੱਧ ਤੋਂ ਵੱਧ ਆਪਣਾ ਬਣਾ ਨੂੰ ਲਓ। ਜੋ ਆਉਣਗੇ ਟੌਪ ਟੂ ਵਰਕ ਨੂੰ ਤਾਂ ਕੁਝ ਨਹੀਂ ਜਾਣਦੇ, ਉਹ ਤਾਂ ਟੈਗ ਜਾਂ ਹੁੰਦਾ ਚੱਕ ਕੇ ਉਹਦੇ ਬਾਰੇ ਪੱਟ ਕੇ ਅਗਲੇ ਲਾਂਭੇ ਕਰਦੇ, ਕਹਿੰਦੇ ਇਹਨੂੰ ਪਰੇ ਮਾਰੋ ਵਾਲੇ ਚੱਕੀ ਦਾ, ਇਹਦੀ ਵੈਲਿਊ ਕੀ ਹੈ, ਕੁਝ ਵੀ ਉਹਨੂੰ ਇਨਫੋਰਸ ਨਹੀਂ ਕਰਦੇ ਹੈ। ਤੇ ਬਾਕੀ ਤੁਹਾਨੂੰ ਦੱਸਿਆ ਵੀ ਜਿਹੜੀਆਂ ਹੁਣ ਓਵਰਆਲ ਸਿਟੀ ਦੇਖੋ ਜਿਹੜੇ ਵੱਡੇ ਡਿਵੈਲਪਰ ਹੈਗੇ ਆ ਜੀ, ਉਦੋਂ ਫਿਰ ਟਰੂ ਆ ਬੈਰੀਅਰ ਬੂਰੀਅਰ ਸਾਰੇ ਜਿਹੜੇ ਬੌਂਡ ਬੂੰਡ ਸਾਰਾ ਕੁਝ 100 5-5 ਬਿਲਕੁਲ 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 ਬਿਲਕੁਲ। ਤਾਂ ਜਿਹੜਾ ਹੁਣ ਇੰਡੀਵਿਜੂਅਲ ਬੰਦਾ ਤੁਸੀਂ ਦੇਖਿਓ, ਜੇ ਕਿਸੇ ਦੇ ਇਹ ਮੇਰੇ ਨਾਲ ਹੋ ਚੁੱਕੀ ਹੈ ਗੱਲ ਸਾਹਿਬ, ਜੇ ਤੁਹਾਡੇ ਆਪਣੇ ਯਾਰਡ ਦੇ ਵਿੱਚ ਫਰੰਟ ਦੇ ਵਿੱਚ ਲੱਗਾ ਹੈ ਨਾ ਜੀ ਟਰੀ ਲੱਗਾ ਆ, ਤਾਂ ਸਿਟੀ ਵਾਲੇ ਕਹਿਣਗੇ ਜੀ ਇਹਨੂੰ ਘੁਮਾ ਕੇ ਡਰਾਈਵ ਹੈ ਦੂਜੇ ਪਾਸੇ ਨੂੰ ਭਾ, ਚਾਹੇ ਅਗਲੇ ਦਾ ਘਰ ਜਿੰਨੇ ਦਾ ਮਰਜ਼ੀ ਪਏ, ਅਗਲੇ ਦੇ $2 ਮਿਲੀਅਨ ਦਾ ਘਰ ਬਣਾਉਣਾ, ਤਾਂ ਇਹ ਟਰੀ ਅਗਲਾ ਕਹਿੰਦਾ ਜੀ ਮੈਂ ਇੱਥੋਂ ਨਹੀਂ ਇੱਥੇ ਲਾ ਦਿੰਦਾ, ਇੱਕ ਦੀ ਜਗ੍ਹਾ 2 ਲਾ ਦਿੰਦਾ। ਇਹ ਮੰਨਦੇ ਨਹੀਂ ਹੈ, ਕਹਿੰਦੇ ਨਹੀਂ ਜੀ ਆਹ ਟਰੀ ਤਾਂ ਇੱਥੇ ਹੀ ਰਹੂ। ਤਾਂ ਜਦੋਂ ਲਾਟ ਉਹ ਡਿਵੈਲਪਰ ਨੇ ਕਰਨੀ ਹੁੰਦੀ ਆ, ਆਰਵੈਸਟਰ ਲਿਖਾ ਲੈਂਦਾ ਆ, ਤਾਂ ਫਿਰ ਉਹੀ ਟਰੀ ਜਿਹੜੇ ਹੈਗੇ ਆ ਵੀ ਉਹ ਤੁਹਾਨੂੰ ਦੱਸਿਆ ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ, ਮਣਾ ਮੂੰਹੀ ਫਿਰ ਟਰੀ ਕੱਟ ਹੁੰਦੇ ਆ। ਸਿਟੀ ਵੀ ਉੱਥੇ, ਆਮ ਬੰਦਾ ਵੀ ਉੱਥੇ। ਇਹ ਪਰੇਸ਼ਾਨੀ ਸਰ ਜਦੋਂ ਨਾਰਮਲ ਬੰਦਾ ਹੈਗਾ ਨਾ ਜੀ, ਜਿਹੜਾ ਰੈਗੂਲਰ ਇੱਕ ਅੱਧਾ ਘਰ ਬਣਾਉਣਾ ਕਿ 2 ਕਿਸੇ ਨੇ ਲਾਟਾਂ ਕੱਢਣੀਆਂ, ਉਹਨੂੰ ਦਿੰਦੇ ਆ, ਉਹਨੂੰ ਫਿਰ ਕਹਿੰਦੇ ਆ ਤੇ ਭਾਈ ਜਦੋਂ ਲਾਟ ਇੱਕ ਕੱਢਣੀ ਆ ਤਾਂ ਫੇਰ ਜਿਹੜੇ ਨਾ ਜੀ ਆਹ ਸਾਈਡ ਵਾਕ ਵਾ ਆਪਣੇ ਘਰ ਤੋਂ ਲੈ ਕੇ ਆ ਜਿਹੜੇ ਪਰੇ 4 ਘਰ ਤੱਕ ਉੱਥੇ ਤੱਕ ਬਣਾ,
ਆਪਣੇ ਖਰਚੇ ਤੇ, ਜਿਹੜਾ ਕਿ ਸਿਟੀ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਆਪਣੇ ਖਰਚੇ ਤੇ ਬਣਾਉਣਾ ਹੁੰਦਾ, ਉਹਨੂੰ ਫੇਰ ਰਗੜਦੇ ਇਹ ਵੱਡੇ ਵੱਡੇ ਡਿਵੈਲਪਮੈਂਟ। ਦੇਖੋ ਆਪਾਂ ਪਹਿਲਾਂ ਵੀ ਕਹਿੰਦੇ ਸੀ ਧਾਂਦਲੀਆਂ ਹੁੰਦੀਆਂ, ਹੁਣ ਇਹੋ ਜਿਹੀਆਂ ਡਿਵੈਲਪਮੈਂਟਾਂ ਗਿੱਲ ਸਾਹਿਬ ਇੱਥੇ ਹੋ ਚੁੱਕੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ। ਕਿੱਦਾਂ ਹੁੰਦੀਆਂ ਉਹ ਸਾਰਿਆਂ ਨੂੰ ਪਤਾ। ਹੁਣ ਦੇਖੋ ਬੋਲਣਾ ਕਿਸੇ ਨੇ ਹੈ ਨਹੀਂ, ਉਹ ਸਾਰੇ ਬੱਟੇ ਇੱਕੋ ਜਿਹੀ ਹੈ ਜੀ, ਕੋਈ ਵੀ ਆ ਜਾਵੇ। ਇਹ ਮੇਰੀ ਆਮ ਜਿਹੜੀ ਪਬਲਿਕ ਹੈਗੀ ਨਾ ਜੀ ਪ੍ਰੋਬਲਮ ਉਹਨੂੰ ਹੀ ਹੋਣੀ, ਇਹਨਾਂ ਨੂੰ ਨਹੀਂ ਹੋਣੀ। ਇਹ ਤਾਂ ਇੱਧਰੋਂ ਹੋ ਕੇ ਫਿਰ ਅੱਜ ਆਹ ਸਲੇਟ ਕੱਲ ਨੂੰ ਦੂਜੇ ਪਾਸੇ ਨੂੰ ਚੱਲ ਜਾਂਦੀ ਹੈ ਨਾ, ਕੀ ਆ ਮਾੜੀ ਮੋਟੀ ਚੱਕੇ ਦੇਣੀ ਆ, ਪਿੱਛੇ ਮਾੜਾ ਸਪਾਂਸਰ ਜਿਹਾ ਕਰਨਾ, ਜਿੰਨਾ ਡੁੰਨ ਕਿਸੇ ਨੂੰ ਖਿਲਾਤਾ, ਬਸ ਆਹ ਇਹਨਾਂ ਹਾਸ ਵਾਲਾ ਚੱਕਰ ਹੈਗਾ। ਇਹ ਪਰੇਸ਼ਾਨੀ ਗੱਲ। ਧੰਨਵਾਦ ਜੀ ਥੈਂਕ ਯੂ ਬਾਈ ਜੀ। ਗੱਲ ਆਪਾਂ ਕਰਦੇ ਹਾਂ ਇਹ ਜਿਹੀ ਕਹਾਣੀ ਚੰਨਪ੍ਰੀਤ ਹੋਣੀ ਲਿਖਿਆ, ਉਹ ਕਹਿੰਦੇ ਨੇਬਰਹੁੱਡ ਕਰੈਕਟਰ ਜਿਹੜਾ ਡਿਸਟਰੋਇਡ ਕਰਤਾ। ਆਈ ਬਲੀਵ fraudulent mortgage applications and illegal suites go hand in hand. People who falsified fake income and now need more income. ਬਿਲਕੁਲ ਸੱਚ ਹੈ। ਮੌਰਗੇਜ ਉਹ ਕਹਿੰਦਾ ਇਸ ਤਰ੍ਹਾਂ ਹੋ ਰਹੀ ਹੈ ਤੇ ਮੌਰਗੇਜ ਦੇ ਵਿੱਚ ਜਿਹੜੇ ਇੱਧਰੋਂ ਉੱਧਰੋਂ ਪੇਪਰ ਬਣਦੇ ਨੇ ਤੇ ਪੇਪਰਾਂ ਤੋਂ ਬਾਅਦ ਫਿਰ ਉਹ ਖਰਚੇ ਨਹੀਂ ਪੂਰੇ ਹੁੰਦੇ। ਬੜਾ ਇੱਕ ਇਸ਼ੂ ਨਹੀਂ ਹੈ ਜਿਹੜੀ ਦਲਵੀਰ ਸਿੰਘ ਹੋਣੀ ਕਹਿ ਕੇ ਗਏ ਨੇ ਵੀ ਪਹਿਲਿਆਂ ਦੇ ਕਿਹੜਾ ਵਿਕਟਮ ਹੈ ਨਹੀਂ, ਪਹਿਲਿਆਂ ਦੇ ਵੀ ਵਿਕਟਮ ਨੇ। ਉਹੀ ਟੇਬਲ ਉਹੀ ਕੌਂਸਲ ਜਿਹੜੀ ਕਹਿੰਦੀ ਸੀ ਵੀ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਤਾਂ ਇਹਦਾ ਲਾ ਦਾਂਗੇ ਬੰਦਿਸ਼ ਸਾਲਾਂ ਦੀ, ਉਹੀ ਫਿਰ ਦੇਖ ਲਓ ਕੀ ਕਹਾਣੀ ਹੈ। 2-2 4-4 ਸਾਲਾਂ ਦੇ ਵਿੱਚ ਅਗਲੇ ਨੇ ਲੈ ਕੇ ਤਾਂ ਹੀ ਕਹਿੰਦਾ ਇੱਕ ਸੱਟ ਲੱਗੀ ਤੇ ਗੱਲ ਬਸ। ਉਹਦੇ ਬਾਅਦ ਤੁਸੀਂ ਕਿੱਥੇ ਫੜਿਆ ਜਾਣਾ ਬੰਦਾ? 1 ਮਿਲੀਅਨ ਵਾਲਾ 50 ਮਿਲੀਅਨ ਵਾਲੇ ਨੂੰ ਕਿੱਥੋਂ ਫੜ ਲੂਗਾ? ਉਹ ਤਾਂ ਗਿਆ ਬਸ। ਰਘਵੀਰ ਸਿੰਘ ਜੀ ਲਾਈਨ ਨੰਬਰ 5। ਸਾਹਿਬ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਗਿੱਲ ਸਾਹਿਬ ਮੈਂ ਤਾਂ ਜਦੋਂ ਇੰਡੀਆ ਸੀ ਤੇ ਜਦੋਂ ਤੁਸੀਂ ਅੱਗੇ ਕਈ ਵਾਰੀ ਇਹ ਗੱਲ ਸੁਣਾਉਣੇ ਹੁੰਦੇ ਵੀ ਆਪਾਂ ਵਧੀਆ ਫਿਊਚਰ ਲਈ ਜਾਂ ਕੋਈ ਸੁਧਾਰ ਹੋ ਜੇ ਕਿਤੇ ਤੇ ਆਪਾਂ ਕੈਨੇਡਾ ਆਉਣੇ ਆ, ਉੱਥੇ ਵੀ ਬੜੀ ਕੋਸ਼ਿਸ਼ ਕੀਤੀ ਤੇ ਉੱਥੇ ਇੱਕ ਮੇਰੇ ਕਹਾਵਤ ਯਾਦ ਆ ਗਈ ਵੀ ਮੂਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ। ਮੇਰੇ ਵਰਗਾ ਉੱਥੋਂ ਨਿਕਲ ਕੇ ਆਉਂਦਾ ਯਾਰ ਵੀ ਮੈਂ ਕੋਈ ਥੋੜਾ ਜਿਹਾ ਆਜ਼ਾਦ ਹੋ ਕੇ ਕੋਈ ਆਪਦੀ ਆਵਾਜ਼ ਉਠਾਵਾਂ ਜਾਂ ਕੋਈ ਸੁਧਾਰ ਦੀ ਗੱਲ ਕਰਾਂ। ਪਰ ਦੂਜੇ ਪਾਸੇ ਲੋਕ ਜਿਵੇਂ ਹੁਣ ਤੁਸੀਂ ਉਹ ਲੇਡੀ ਦੀ ਗੱਲ ਸੁਣਾਈ ਹੈ, ਜੇ ਉਹਨੇ ਅੱਜ ਆਵਾਜ਼ ਉਠਾਈ ਹੈ ਜਾਂ ਉਹ ਅੱਜ ਦੇਖੋ ਕਿੰਨੀ ਉਹ ਹੋ ਗਈ ਤੇ ਉਹਦੇ ਨਾਲ ਕਿਸੇ ਨੇ ਨਹੀਂ ਖੜਨਾ, ਉਹ ਇਕੱਲੀ ਰਹਿ ਜੂ ਹਨਾ। ਤਾਂ ਸਾਡੇ ਚ ਜਿਹੜੀ ਗੁਲਾਮ ਮਾਨਸਿਕਤਾ, ਜਿਹੜਾ ਸਾਡਾ ਮਨ ਗੁਲਾਮ ਹੈ ਵੱਡੇ ਵੱਡੇ ਅਹੁਦਿਆਂ ਤੱਕ ਅਸੀਂ ਵਿਕ ਜਾਂਦੇ ਹਾਂ। ਜਿੰਨਾ ਚਿਰ ਸਾਡੀ ਮਾਨਸਿਕਤਾ, ਹੁਣ ਇਹ ਕਹਿ ਲਓ ਵੀ ਮੈਂ ਕਹਿ ਨਹੀਂ ਸਕਦਾ ਗੋਰੇ ਜਾਂ ਕੋਈ ਫਾਰਵਰਡ ਲੋਕ ਜਾਂ ਕੋਈ ਵੀ ਕਿਸੇ ਵੀ ਕਮਿਊਨਿਟੀ ਦੇ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਦੇ। ਗੁਲਾਮੀ ਇੱਕ ਸਰੀਰਕ ਹੁੰਦੀ ਹੈ, ਇੱਕ ਮਾਨਸਿਕ। ਜਿੰਨਾ ਚਿਰ ਅਸੀਂ ਮਾਨਸਿਕ ਗੁਲਾਮੀ ਤੋਂ ਨਿਕਲ ਕੇ ਆਪਦੇ ਰਾਈਟਸ ਬਾਰੇ ਅਵੇਅਰ ਹੋ ਕੇ ਆਵਾਜ਼, ਇਹ ਨਹੀਂ ਵੀ ਗਿੱਲ ਸਾਹਿਬ ਤੇ ਮੈਂ ਜਾਂ ਹੋਰ 2-4 ਆਉਂਦੇ, ਜ਼ਿਆਦਾ ਗਿਣਤੀ ਦੇ ਵਿੱਚ ਲੋਕ ਹੋ ਕੇ, ਜੇ ਹੁਣ ਕੈਨੇਡਾ ਦੇ ਵਿੱਚ ਸਿਸਟਮ ਠੀਕ ਹੈ, ਬਹੁਤ ਫਰਕ ਹੈ ਇੰਡੀਆ ਨਾਲੋਂ, ਬਹੁਤ ਬੈਟਰ ਹੈ। ਕਿਉਂਕਿ ਇੱਥੇ ਕਾਫੀ ਲੋਕ ਜਾਗਰੂਕ ਹੈ। ਜਿੰਨਾ ਚਿਰ ਗਿੱਲ ਸਾਹਿਬ ਅਸੀਂ ਜਾਗਰੂਕ ਨਹੀਂ ਹੁੰਦੇ, ਅਸੀਂ ਫੋਲੋ ਨਹੀਂ ਕਰਦੇ ਵੀ ਜੇ ਮੰਨ ਲਓ ਵੀ ਉਹ ਵੂਮੈਨ ਜਾਂ ਗਿੱਲ ਸਾਹਿਬ ਜਾਂ ਹੋਰ 2-4 ਬੰਦੇ ਸਹੀ ਹੈ, ਅਸੀਂ ਉਹਨਾਂ ਨਾਲ ਖੜੀਏ, ਵੱਧ ਤੋਂ ਵੱਧ ਉਹਦੇ ਨਾਲ ਜੁੜਨ, ਉਹਨਾਂ ਚਿਰ ਇਹ ਸੁਧਾਰ ਨਹੀਂ ਹੋ ਸਕਦਾ। ਇਹ ਉਹੀ ਸਿਸਟਮ ਉੱਥੋਂ ਵਾਲਾ ਇੰਡੀਆ ਵਾਲਾ ਇੱਥੇ ਦੇ ਉੱਥੇ ਉਹ ਸੋਚ ਜਿਹੜੀ ਬੰਦੇ ਦੀ ਜਿਹੋ ਜਿਹੀ ਲੈ ਕੇ ਆਉਂਦਾ ਉਹਨੇ ਉਵੇਂ ਹੀ ਕਰਨਾ। ਇਹ ਧੰਨਵਾਦ ਗਿੱਲ ਸਾਹਿਬ ਆਵਾਜ਼ ਉਠਾਉਣ ਲਈ। ਬਹੁਤ ਬਹੁਤ। ਸਾਹਿਬ ਪ੍ਰਿਤਪਾਲ ਸਿੰਘ ਜੀ ਲਾਈਨ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜਿਹੇ ਸੈਂਸਿਟਿਵ ਇਸ਼ੂਜ਼ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦੇ ਹੋ। ਪਰ ਦੁੱਖ ਇਸ ਗੱਲ ਦੀ ਹੁੰਦੀ ਹੈ ਕਿ ਸਰੀ ਦਾ ਜੋ ਹਾਲ ਹੋ ਰਿਹਾ ਹੈ, ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਮੋਰਚਾ ਖੋਲਣਾ ਪਏਗਾ ਡੱਗ ਮਕਲਮ ਤੇ ਉਹਨਾਂ ਦੀ ਕੌਂਸਲ ਦੇ ਖਿਲਾਫ। ਕਿਉਂਕਿ ਸਕਾਈ ਟ੍ਰੇਨ ਜਾਂ ਪੁਲਿਸ ਠੀਕ ਹੈ ਵੀ ਸਾਡਾ ਇੱਕ ਮੁੱਦਾ ਸੀਗਾ ਜਿੱਥੇ ਇਹਨਾਂ ਨੇ ਵਾਅਦਾ ਕੀਤਾ ਇਸ ਸਲੇਟ ਨੇ, ਔਰ ਇਸ ਵਾਅਦੇ ਤੇ ਖੜੇ ਵੀ ਨੇ ਤੇ ਇਹਨੂੰ ਪੂਰਾ ਕਰਨ ਲਈ ਵਾਹ ਵੀ ਲਾ ਰਹੇ ਨੇ। ਪਰ ਨਾਲ ਲੱਗਦੇ ਜਿਹੜੇ ਇਹਨਾਂ ਦੇ ਕਾਰਜ ਨੇ, ਜਿਹੜੇ ਇਹਨਾਂ ਨੇ ਕੰਮ ਕਰਨੇ ਨੇ, ਸਭ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪਰਮਿਟ 1 ਹਫ਼ਤੇ ਦੇ ਵਿੱਚ ਕਲੀਅਰ ਕਰਿਆ ਕਰਾਂਗੇ। ਉਸ ਤੋਂ ਬਾਅਦ ਇਹਨਾਂ ਨੇ ਐਕਸਕਿਊਜ਼ ਦਿੱਤੀ ਕੋਵਿਡ ਦੀ। ਹੁਣ ਆਲਮੋਸਟ ਇਕਨੋਮੀ ਓਪਨ ਹੋ ਗਈ ਅੱਜ ਤੋਂ। ਮੈਂ
ਮਨਦੀਪ ਨਾਗਰਾ ਤੇ ਬਾਕੀ ਸਾਰੇ ਕੌਂਸਲ, ਸਨੇ ਜੈਕ ਹੁੰਡਲ, ਕਿਉਂਕਿ ਉਹ ਵੀ ਉਸ ਟਾਈਮ ਪਾਰਟ ਸੀ ਸਲੇਟ ਦਾ, ਸਨੇ ਬ੍ਰਿੰਡਾ ਲੌਕ, ਮੈਂ ਇਹਨਾਂ ਨੂੰ ਸਵਾਲ ਕਰਦਾ, ਸਨੇ ਮੇਅਰ ਤੇ ਸਨੇ ਉਹਨਾਂ ਦੇ ਸਪੋਰਟਰ, ਕਿ ਹੁਣ ਇਹ ਆਪਣਾ ਵਾਅਦਾ ਕਿਉਂ ਨਹੀਂ ਪੂਰਾ ਕਰ ਰਹੇ ਜਦੋਂ ਕਿ ਇੰਨਾ ਵੱਡਾ ਹਾਊਸਿੰਗ ਕ੍ਰਾਈਸਿਸ ਹੈਗਾ। ਦੂਜਾ, ਜਿਹੜੀਆਂ ਅਨਲੀਗਲ ਸਵੀਟਸ ਤੜਾਤੜ ਬਣ ਰਹੀਆਂ ਨੇ, ਹੁਣ ਕੀ ਲੋਕੀ ਪਿਛਲੇ ਵਿਹੜੇ ਪੂਰੇ ਛੱਤੀ ਜਾਂਦੇ ਨੇ, ਮਤਲਬ ਕਿ ਪਹਿਲਾਂ 2-2 ਸਵੀਟਾਂ ਸੀਗੀਆਂ, ਪਿੱਛੇ ਵੀ ਕੋਚ ਹਾਊਸ ਦੀ ਤਰ੍ਹਾਂ ਬਣਾਈ ਜਾਂਦੇ ਨੇ, ਕੀ ਸੁੱਤੇ ਪਏ ਨੇ। ਮਨਦੀਪ ਨਾਗਰਾ ਨੂੰ ਮੈਂ ਕਚਹਿਰੀ 'ਚ ਖੜਾ ਕਰਨਾ ਚਾਹੁੰਦਾ ਕਿ ਇਹ ਧਾਂਦਲੀਆਂ ਨਹੀਂ ਚੱਲਣੀਆਂ। ਤੁਸੀਂ ਰੋਣਾ ਦੀ ਜ਼ਮੀਨ ਲੈ ਲਈ, ਜਦੋਂ ਕਿ ਸਾਡੇ ਕੋਲ ਨਿਊਟਨ ਐਜੂਕੇਸ਼ਨ ਸੈਂਟਰ ਸਾਹਮਣੇ ਔਰ ਲਾਇਬ੍ਰੇਰੀ ਦੇ ਵਿਚਾਲੇ ਸਿਟੀ ਆਫ ਸਰੀ ਨੇ ਬਹੁਤ ਸਾਰੇ ਘਰ ਲੈ ਕੇ ਰੈਂਟ ਕੀਤੇ ਹੋਏ ਨੇ, ਕਈ ਏਕੜ ਜ਼ਮੀਨ ਹੈ। ਜਦੋਂ ਸਾਡੇ ਕੋਲ ਐਡੀ ਵੱਡੀ ਜ਼ਮੀਨ ਦਾ ਪਾਰਸਲ ਪਿਆ ਹੋਵੇ, ਸਾਨੂੰ ਕੀ ਲੋੜ ਸੀ ਜ਼ਮੀਨ ਤੇ ਪੈਸੇ ਖਰਾਬ ਕਰਨ ਦੀ। ਔਰ ਉਸ ਤੋਂ ਬਾਅਦ ਉਹ ਕਿਉਂ ਨਹੀਂ ਇੱਕ ਤਰ੍ਹਾਂ ਦਾ ਇਹੋ ਜਿਹਾ ਐਜੂਕੇਸ਼ਨ ਸੈਂਟਰ ਬਣਾਉਂਦੇ ਜਿਵੇਂ ਚਿਲਾ ਵਿਕ ਦੇ ਵਿੱਚ ਬਣਿਆ ਹੋਇਆ ਹੈਗਾ, ਨਿਊ ਕਟਲਨ ਦੇ ਵਿੱਚ ਬਣਿਆ ਹੋਇਆ ਹੈਗਾ, ਜਿੱਥੇ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ, ਜਿੱਥੇ ਆਈਸ ਰਿੰਗ ਹੈਗਾ, ਜਿੱਥੇ ਕਰਲਿੰਗ ਹੈਗਾ, ਜਿੱਥੇ ਆਰਟ ਐਂਡ ਕਲਚਰ ਸੈਂਟਰ ਹੈਗਾ, ਜਿੱਥੇ ਸਕੇਟਿੰਗ ਰਿੰਗ ਹੈਗਾ, ਸੌਕਰ ਪਲੇਗਰਾਊਂਡ ਹੈਗਾ। ਸਾਨੂੰ ਮਤਲਬ ਕਿ ਐਕਟੀਵਿਟੀਜ਼ ਦੇ ਲਈ ਜਗ੍ਹਾ ਜਗ੍ਹਾ ਦੌੜਨਾ ਪੈਂਦਾ ਪੂਰੀ ਸਰੀ ਦੇ ਵਿੱਚ, ਸਾਊਥ ਸਰੀ ਤੋਂ ਲੈ ਕੇ ਨਾਰਥ ਸਰੀ ਤੱਕ। ਉੱਥੇ ਇੰਨੀ ਵਧੀਆ ਜ਼ਮੀਨ ਇਹਨਾਂ ਦੀ ਕੈਸੇ ਅਸੀਂ ਰੀਕਨਸਾਈਲਿੰਗ ਕਰਾਵਾਂਗੇ। ਅਸੀਂ ਲੋਕਾਂ ਨੂੰ ਪੁੱਛਾਂਗੇ ਤੁਸੀਂ ਕੀ ਚਾਹੁੰਦੇ ਹੋ, ਕੀ ਕਿਉਂ ਨਹੀਂ ਕਰਾ ਰਹੇ। ਫਿਰ SCDC ਜਿਹੜੀ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਇਹਨਾਂ ਨੇ ਭੰਗ ਕੀਤੀ ਹੈ, ਇਹਨਾਂ ਨੇ ਕਿਹਾ ਸੀ ਅਸੀਂ ਉਹਦੇ ਐਸਟ ਦੱਸਾਂਗੇ ਪਲੱਸ ਉਹਨਾਂ ਦੇ ਬੈਨੀਫੀਸ਼ੀਅਰੀ ਨਾ ਦੱਸਾਂਗੇ। ਕਿਉਂ ਨਹੀਂ ਦੱਸ ਰਹੇ, ਕਿਹੜੀ ਗੱਲੋਂ ਡਰ ਰਹੇ ਨੇ। ਕਿੰਨੇ ਬਿਲੀਅਨ ਡਾਲਰ ਦਾ ਐਸਟਸ ਜਿਹੜੇ ਹੈਗੇ ਨੇ ਉਹ ਉਹਨਾਂ ਦਾ ਹੁਣ ਕੀ ਬਣ ਰਿਹਾ, ਉਹਨਾਂ ਨੂੰ ਕਿਵੇਂ ਡਿਸਪੋਜ਼ ਆਫ ਕਰ ਰਹੇ ਨੇ, ਔਰ ਡਿਸਪੋਜ਼ ਆਫ ਕਰਨ ਦੇ ਟਾਈਮ ਤੇ ਕਿੰਨੀ ਟਰਾਂਸਪੇਰੈਂਸੀ ਹੈਗੀ ਆ, ਕਿਉਂ ਨਹੀਂ ਦੱਸ ਰਹੇ। ਕਿਉਂਕਿ ਇਹ ਇੱਕ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ। ਸਿਟੀ ਆਫ ਸਰੀ ਦਾ ਜਿਹੜਾ ਮਤਲਬ ਕਿ ਇੱਥੇ ਦਾ ਸੋਸ਼ਲ ਫਾਈਬਰ ਹੈ ਉਹ ਦੋਫਾੜ ਹੋ ਰਿਹਾ। ਸੁਸਾਇਟੀ 2 ਹਿੱਸਿਆਂ 'ਚ ਵੰਡੀ ਜਾ ਰਹੀ ਹੈ, ਚਾਹੇ ਉਹ ਪੁਲਿਸ ਟ੍ਰਾਂਜੀਸ਼ਨ ਦੇ ਮਸਲੇ ਨੂੰ ਲੈ ਕੇ ਹੋਵੇ, ਚਾਹੇ ਆ ਬੇਸਮੈਂਟਾਂ ਦੇ ਨੂੰ। ਤੁਸੀਂ ਦੇਖੋ ਕਿ ਮਤਲਬ ਕਿ ਸਿਟੀ ਬਾਈ ਲਾਅ ਸਟਾਪ ਸਾਈਨ ਲਾਵੇ ਫਿਰ ਕੰਮ ਚੱਲਦਾ ਰਹੇ। ਉਸ ਲੇਡੀ ਨੂੰ ਪੁੱਛ ਕੇ ਦੇਖੋ ਜਿਹਦੇ ਨੇਬਰ 'ਚ ਗੰਦ ਪੈ ਰਿਹਾ, ਉਹਦੇ ਮਨ ਤੇ ਕੀ ਜਾਰੀ ਹੋਏਗੀ, ਉਹ ਕੀ ਸੋਚ ਰਹੀ ਹੋਏਗੀ ਕਿ ਇਹ ਜੇ ਥਰਡ ਵਰਲਡ ਕੰਟਰੀ 'ਚ ਆ ਗਏ ਅਸੀਂ। ਇਹ ਥਰਡ ਵਰਲਡ ਤੋਂ ਵੀ ਬਦਤਰ ਹਾਲਾਤ ਬਣੇ ਪਏ ਨੇ। ਤੁਸੀਂ ਦੇਖੋ ਕਿ ਸਰੀ ਦੇ ਲੋਕਾਂ ਲਈ ਡੈਲਟਾ ਸਿਟੀ ਨੇ ਰੀਕ੍ਰੀਏਸ਼ਨ ਸੈਂਟਰਾਂ ਦੇ ਵਿੱਚ ਵੜਨਾ ਬੰਦ ਕਰਤਾ, ਬੈਨ ਲਾਤਾ ਜੀ, ਔਰ ਡਬਲ ਐਂਟਰੀ ਫੀਸ ਕਰਤੀ। ਔਰ ਤੁਹਾਡੇ ਬੱਚੇ ਜੇ ਕੋਈ ਰੀਕ੍ਰੀਏਸ਼ਨ ਐਕਟੀਵਿਟੀਜ਼ ਡੈਲਟਾ ਦੇ ਵਿੱਚ ਆਲਰੇਡੀ ਰਜਿਸਟਰਡ ਸੀਗੇ, ਹੁਣ ਉਹਨਾਂ ਨੂੰ ਵੇਟਿੰਗ ਲਿਸਟਾਂ ਦੇ ਵਿੱਚ ਵੇਟ ਕਰਨੀ ਪੈਂਦੀ। ਪਹਿਲਾਂ ਡੈਲਟਾ ਦੇ ਲੋਕਾਂ ਨੂੰ ਹੱਕ ਮਿਲਦਾ, ਫਿਰ ਜਾ ਕੇ ਸਰੀ ਵਾਲਿਆਂ ਨੂੰ ਮਿਲਦਾ। ਇਹ ਤਾਂ ਤੁਹਾਡੇ ਹਾਲਾਤ ਹੋ ਚੁੱਕੇ ਨੇ। ਤੁਸੀਂ ਸੈਕਿੰਡ ਲੈਵਲ ਦੇ ਸਿਟੀਜ਼ਨ ਬਣਦੇ ਜਾ ਰਹੇ ਹੋ ਕੈਨੇਡਾ ਦੇ ਅੰਦਰ। ਇਹ ਚੀਜ਼ਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਮੈਂ ਸਰੀ ਦੇ ਵਿੱਚ ਥਰਡ ਵਰਲਡ ਸਿਟੀ ਕੀ ਕਰ ਰਹੀ ਆ, ਸੁੱਤੀ ਪਈ ਆ। ਚੰਦ ਡਿਵੈਲਪਰ ਔਰ ਜਿਹੜੇ ਘਰੋਂ ਮੇਅਰ ਨੂੰ ਲਿਆ ਕੇ ਇਲੈਕਸ਼ਨ ਜਿਤਾਏ, ਉਹਨਾਂ ਦੇ ਬਾਰੇ ਲੋਕ ਗੱਲਾਂ ਕਰ ਰਹੇ ਨੇ ਕਿ ਪੈਸੇ ਲੈ ਕੇ ਡਿਵੈਲਪਰਾਂ ਦੇ ਲੋਟ ਦੀ ਉਹਨਾਂ ਨੂੰ ਮਤਲਬ ਕਿ ਜਿਹੜੀ ਉਹਨਾਂ ਦੀ ਯੂਜ਼ੇਜ ਹੈਗੀ ਆ ਉਹ ਚੇਂਜ ਕੀਤੀ ਜਾ ਰਹੀ ਹੈ। ਲੋਕ ਆ ਕੇ ਮੈਨੂੰ ਟੈਕਸਟ ਮੈਸੇਜ ਕਰਦੇ ਨੇ, ਦੇਖੋ ਜੀ ਇਸ ਜਗ੍ਹਾ ਦੇ ਉੱਤੇ ਫਲਾਣਾ ਬੰਦੇ ਇੰਨੇ ਪੈਸੇ ਲਿੱਤੇ ਮੇਅਰ ਦੇ ਨਾਂ ਤੇ, ਔਰ ਉਹਦਾ ਜਿਹੜਾ ਯੂਜ਼ੇਜ ਹੈ ਉਹਨੇ ਚੇਂਜ ਕਰਾ ਲਿਆ, ਜ਼ੋਨਿੰਗ ਚੇਂਜ ਕਰਾ ਲਈ, ਉਹ ਹੁਣ ਇੰਨੇ ਮਿਲੀਅਨ ਡਾਲਰ ਦੀ ਬਣ ਗਈ। ਗਿੱਲ ਸਾਹਿਬ ਔਰ ਸਰੀ ਦੇ ਵਸਨੀਕਾਂ ਨੂੰ ਮੈਂ ਕਹਿਣਾ ਚਾਹਨਾ, ਪਹਿਲਾਂ ਇੱਕ ਘੜਮ ਚੌਧਰੀ ਕੱਢੇ ਸੀਗੇ, ਦੂਜੇ ਘੜਮ ਚੌਧਰੀ ਆ ਗਏ ਨੇ, ਔਰ ਬੇੜਾ ਗਰਕ ਹੋਈ ਜਾਂਦਾ ਹੈ, ਬੇੜਾ ਗਰਕ। ਧੰਨਵਾਦ ਜੀ। ਦੁੱਖ ਹੁੰਦਾ ਜੀ, ਦੁੱਖ ਹੁੰਦਾ ਮੈਨੂੰ ਬਹੁਤ। ਧੰਨਵਾਦ ਜੀ। ਕੋਈ ਨਾ, ਆਪਾਂ ਇਸੇ ਹੋਣੀ ਚਾਹੀਦੀ ਹੈ, ਸਾਰਿਆਂ ਦਾ ਬਰਾਬਰ ਗੱਲ ਹੋਵੇ। ਬਾਕੀ ਜਦ ਆਮ ਜਿਹੜੀ ਗੱਲ ਸ਼ਹਿਰ ਦੇ ਵਿੱਚ ਜਿਹੜੀ ਚੱਲਣ ਲੱਗ ਜਾਵੇ ਨਾ, ਉਹ ਮਾੜੀ ਤੋਏ ਜਿਹੜੀ ਹੁਣ ਚੱਲਣ ਲੱਗ ਜਾਏ ਉਹ ਮਾੜੀ ਹੁੰਦੀ। ਜੇ ਇਹ ਗੱਲ ਚੱਲਣ ਲੱਗ ਗਈ ਬਈ ਪਹਿਲਾਂ ਵੀ ਅਸਲ ਤੁਸੀਂ ਹੁਣ ਇਹਨੂੰ ਦੇਖ ਲਓ ਕਿੰਨਾ ਚਿਰ ਹੋ ਗਿਆ, ਕੋਈ ਨਵੀਂ ਤਾਂ ਕਹਾਣੀ ਹੈ ਨਹੀਂ। ਜਿਹੜੇ
ਜਿਨ੍ਹਾਂ ਦੀ ਪਹਿਲਾਂ ਚੱਲਦੀ ਸੀ ਉਹਨਾਂ ਦੀ ਹੁਣ ਚੱਲਦੀ ਹੈ। ਅਗਲੇ ਚੇਂਜ ਕਰਤਾ, ਸਿਸਟਮ ਚੇਂਜ ਕਰਕੇ ਬੰਦੇ ਬਦਲ ਦਿੰਦੇ ਆ ਜੀ, ਬੰਦੇ ਬਦਲ ਦਿੰਦੇ ਆ, ਬੰਦੇ ਬਦਲਣ ਤੋਂ ਬਾਅਦ ਫੇਰ ਉਹਨਾਂ ਦੀ ਚੱਲਦੀ ਹੈ। ਤੁਸੀਂ ਮਤਲਬ ਗੱਲ ਇਹ ਦੁੱਖਦ ਕਹਾਣੀ ਹੈ ਵੀ ਪੈਸੇ ਦਾ ਜ਼ੋਰ ਕਰਕੇ ਬੰਦੇ ਕਹਿੰਦੇ ਜਿਹਨੂੰ ਮਰਜ਼ੀ ਅਸੀਂ ਬਿਠਾ ਦਾਂਗੇ, ਖੜਾ ਦਾਂਗੇ, ਅਸੀਂ ਜਿਹਦੇ ਮਰਜ਼ੀ ਪਿੱਛੇ ਪਵਾ ਦਾਂਗੇ। ਇਹ ਤਾਂ ਚਾਬੀ ਹੈ, ਚਾਬੀ ਦੇਣੀ ਹੈ ਤੇ ਖਤਮ ਕਹਾਣੀ। ਆਹ ਗੱਲ ਕਰਕੇ ਬਹੁਤ ਇੱਕ ਡਰਾਵਾ ਵੀ ਜਿਹਦੇ ਮਰਜ਼ੀ ਪਿੱਛੇ ਪਾ ਦੇਣਗੇ। ਇਹ ਚੀਜ਼ ਲਈ ਸ਼ਹਿਰ ਇਕੱਠਾ ਹੋਣਾ ਚਾਹੀਦਾ। ਪਹਿਲਾਂ ਪਾਓ ਮਗਰ ਸਾਰਿਆਂ ਦੇ। ਅਵਤਾਰ ਸਿੰਘ ਲਾਈਨ ਨੰਬਰ 3। ਡਾਕਟਰ ਸਾਹਿਬ ਇਹ ਸਿਸਟਮ ਜਿਹੜਾ ਚੇਂਜ ਹੋਣਾ ਬਹੁਤ ਔਖਾ ਹੈ। ਮੈਂ ਤੁਹਾਨੂੰ ਆਪਣੀ ਪਰਸਨਲ ਸਟੋਰੀ ਦੱਸਦਾ। ਸਾਡੇ ਕੋਲੇ ਕਿਤੇ ਪ੍ਰਾਪਰਟੀ ਆ, ਉਹਦੀ ਅਸੀਂ ਉਹ 2004 ਦੇ ਵਿੱਚ ਲਈ ਸੀ। ਤਾਂ ਉਹਦੀ ਡਿਵੈਲਪਮੈਂਟ ਚਾਹੀਦਾ ਸੀਗਾ। ਤਾਂ ਮੈਨੂੰ ਕੋਈ ਬੰਦਾ ਕਹਿੰਦਾ ਵੀ ਮੈਨੂੰ ਕਿਸੇ ਬੰਦੇ ਦਾ ਰੈਫਰੈਂਸ ਦਿੱਤਾ ਵੀ ਉਹ ਬੰਦੇ ਨੂੰ ਕਹਿ ਵੀ ਉਹ ਬੰਦਾ ਤੇਰੀ ਪ੍ਰਾਪਰਟੀ ਡਿਵੈਲਪ ਕਰਾ ਦੋ। ਕਈ ਵਾਰੀ ਟਰਾਈ ਕਰ ਚੁੱਕੇ ਉਹਦੇ ਪਾਸੇ ਲੱਗੀ ਨਹੀਂ ਕਰਨਾ। ਮੈਂ ਉਸ ਬੰਦੇ ਕੋਲੇ ਗਿਆ, ਮਿਡਲ ਦੇ ਵਿੱਚ ਵੀ ਕੋਈ ਬੰਦਾ ਸੀ। ਉਹ ਬੰਦਾ ਮੈਨੂੰ ਆਪ ਵੀ ਜਾਣਦਾ ਸੀ ਪਰਸਨ ਵੀ। ਮੈਂ ਕਿਹਾ ਯਾਰ ਵੀ ਸਾਡੀ ਆ ਪ੍ਰਾਪਰਟੀ ਕਈ ਦੇਰ ਦੀ ਫਸੀ ਬਹੁਤ ਅਸੀਂ ਕਿਹੜੇ ਇਸ ਬਿਜ਼ਨਸ ਆ। ਉਦੋਂ ਸਾਨੂੰ ਕਿਸੇ ਬੰਦੇ ਦੇ ਪੈਸੇ ਫਸੇ ਸੀ, ਉਹਨੇ ਪੈਸੇ ਗਾਹ ਕੇ ਤੋਂ ਕੱਢਣੇ ਸੀ। ਹੁਣ ਸਾਨੂੰ ਕਹਿੰਦਾ ਵੀ ਆਹ ਲੈ ਲਓ ਤੁਸੀਂ। ਅਸੀਂ ਉਹ ਪ੍ਰਾਪਰਟੀ ਲੈ ਲਈ। ਹੁਣ ਉਹ ਤਾਂ ਉਹ ਕਹਿੰਦਾ ਮੈਂ ਤੁਹਾਡੀ ਦੁਕਾਨ ਦੱਸ ਦਿੰਦਾ ਵੀ ਤੁਸੀਂ 25% ਵਿੱਚੋਂ ਮੈਨੂੰ ਦੇ ਦਿਓ ਪ੍ਰਾਪਰਟੀ। ਬੱਲਾ 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 ਬੱਲਾ। ਮੈਂ ਕਿਹਾ ਵੀ ਚਲੋ ਕੋਈ ਨਹੀਂ ਵੀ ਤੁਸੀਂ 25% ਲੈ ਲਓ ਤੇ ਤੁਸੀਂ ਸਾਡੀ ਪ੍ਰਾਪਰਟੀ ਡਿਵੈਲਪ ਕਰਾ ਦਿਓ। ਆਪਾਂ 25% ਤੁਹਾਨੂੰ ਵਿੱਚੋਂ ਸੈੱਲ ਕਰ ਲੈਂਦੇ ਹਾਂ। ਮੈਂ ਕਿਹਾ ਤੁਸੀਂ ਉਹਦੀ ਇਵੈਲੂਏਸ਼ਨ ਵਗੈਰਾ ਕਰਾ ਕੇ ਤਾਂ ਦੇਖ ਲਓ। ਮੈਂ ਤੁਹਾਨੂੰ ਬਾਅਦ ਮੈਂ ਹਫ਼ਤੇ ਬਾਅਦ ਦੁਬਾਰਾ ਗਿਆ। ਮੈਂ ਕਿਹਾ ਵੀ ਕਿੱਦਾਂ ਕੀਤਾ ਕੋਈ ਕੀਤਾ। ਉਹਨੇ ਬੰਦੇ ਨੇ ਉਹਦੀ ਪ੍ਰਾਪਰਟੀ ਦੀ ਵੈਲਿਊ ਕੱਢੀ, ਜਿਹੜੀ ਪ੍ਰਾਪਰਟੀ ਜਿੰਨੇ ਦੇ ਵਿੱਚ ਅਸੀਂ 2004 ਦੇ ਵਿੱਚ ਕੀਤੀ। ਕਹਿੰਦਾ ਉਹਦੇ ਵਿੱਚ ਉਸੇ ਰੇਟ ਤੇ ਮੈਨੂੰ 25% ਸੈੱਲ ਕਰ ਦਿਓ। ਫਿਰ ਕਹਿੰਦਾ ਵੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਡਿਵੈਲਪ ਕਰਾ ਦਿਓ। ਇਹ ਹਾਲ ਹੈ ਜਦੋਂ ਸਿਸਟਮ ਨਹੀਂ ਨਾ ਚੇਂਜ ਹੁੰਦਾ ਵੀ ਕਿਸੇ ਦੀ ਇਹ ਨਹੀਂ ਵੀ ਪ੍ਰਾਇਰਟੀ ਤੇ ਐਪਲੀਕੇਸ਼ਨ ਲੱਗਣੀ। ਐਪਲੀਕੇਸ਼ਨ ਸ਼ੁੱਡ ਵੀ ਵੀ ਜਿੱਥੇ ਕਿਸੇ ਲਾਗੇ ਉੱਥੇ ਹੀਅਰਿੰਗ ਹੋਣ ਤੋਂ ਬਾਅਦ ਅਗਲੀ ਐਪਲੀਕੇਸ਼ਨ ਨਿਕਲੂਗੀ। ਜੇ ਉੱਥੇ ਕੋਈ ਓਬਜੈਕਸ਼ਨ ਹੈ ਉਹ ਕੱਢ ਦਿਓ। ਉਦੋਂ ਤਾਂ ਹੀ ਇਹ ਚੀਜ਼ਾਂ ਨਹੀਂ ਸੋਲਵ ਹੋ ਸਕਦੀਆਂ। ਇਹ ਆਪਾਂ ਨੂੰ ਪਤਾ ਨਹੀਂ ਇਹ ਕਦੀ ਵਰਕਆਊਟ ਹੋਊਗਾ ਕਿ ਨਹੀਂ ਹੋਊਗਾ, ਪਰ ਹਾਲ ਬਹੁਤ ਮਾੜਾ ਹੈ। ਥੈਂਕ ਯੂ। ਤੇ ਡਾਕਟਰ ਸਾਹਿਬ ਕੀ ਹੋਇਆ ਜੀ ਉਹਦਾ ਫੇਟ ਕੀ ਹੋਇਆ ਪ੍ਰਾਪਰਟੀ ਦਾ? ਕੁਛ ਵੀ ਨਹੀਂ, ਸਾਡੇ ਕੋਲ ਹੀ ਹੁਣ ਐਪਲੀਕੇਸ਼ਨ ਪਾਈ ਉੱਥੇ ਹੀ ਖੜੀ ਆ ਗੱਲ। ਉਦੋਂ ਦੇ 2004 ਦੇ ਸਾਨੂੰ ਕਹਿੰਦਾ ਮੈਨੂੰ ਉਸ ਪ੍ਰਾਪਰਟੀ ਚੋਂ ਮੈਨੂੰ 25% ਦੇ ਵਿੱਚ ਉਹ ਸੈੱਲ ਕਰ ਦਿਓ ਉਹਨੇ ਉਸੇ ਹੀ ਰੇਟ ਤੇ। ਜਦ ਕਿ ਜੇ ਨਾ ਵੀ ਹੋਵੇ ਇਨਫਲੇਸ਼ਨ ਦੇ ਹਿਸਾਬ ਨਾਲ ਪ੍ਰਾਪਰਟੀ ਬਹੁਤ ਵੱਧ ਗਈਆਂ ਉਦੋਂ ਦੀਆਂ 2004 ਦੀਆਂ। ਕੁਝ ਨਹੀਂ ਹੋਣਾ, ਇੱਥੇ ਗੱਡੀ ਚੱਲੀ ਜਾਣੀ ਹੈ। ਧੰਨਵਾਦ ਧੰਨਵਾਦ। ਸਤਪਾਲ ਸਿੰਘ ਜੀ ਆਪਣੇ ਗਿੱਲ ਸਾਹਿਬ ਆਪਣੇ ਬਹੁਤ ਵਧੀਆ ਗੱਲ ਕਰਦੇ ਸਿੱਖੋ ਸਾਹਿਬ ਦੀ ਬੜੀ ਸੱਚੀ ਆ। ਦੇਖੋ ਜਿਹੜੇ ਸੁਹਿਰਦ ਆ ਹਨਾ ਉਹ ਸੋਚਦੇ ਆ ਵੀ ਆਉਣ ਵਾਲੇ ਬੱਚਿਆਂ ਲਈ ਤੇ ਕਰ ਰਹੇ ਸਾਰਾ ਕੁਛ। ਜੇ ਗਾ ਬੱਚੇ ਸਾਡੇ ਇੱਦਾਂ ਤੰਗ ਹੁੰਦੇ ਜਿਹੜਾ ਇਹ ਬੜਾ ਔਖਾ। ਇਹ ਜਿਹੜਾ ਹਨਾ ਜੀ ਮੈਨੂੰ ਜਿੱਦਾਂ ਇਸ ਲੱਗਦਾ ਜਿਹੜਾ 4 ਘਰ ਢਾਹ ਕੇ 40 ਬਣਾਉਂਦੇ ਇਹ ਤਾਂ ਰਿਵਾਜ ਇਹ ਬੰਦ ਕਰਨਾ, ਇਸ ਸਿਟੀ ਨੂੰ ਬੰਦ ਕਰਨਾ ਚਾਹੀਦਾ। ਜਿੱਥੇ ਘਰ ਢਾਉਂਦੇ ਉੱਥੇ ਘਰ ਬਣੇ। ਇਹ ਨਾ ਹੋਵੇ ਮਰੋਪੀ ਜੀ ਬਣਾਈ ਨਾ 4 ਢਾਉਂਦੇ ਆ ਤੇ 40 ਬਣਾ ਦਿੰਦੇ ਤੇ ਉਸ ਹਿਸਾਬ ਨਾਲ ਨਾ ਪਾਰਕ ਨਾ ਸਕੂਲ ਹਾਂਜੀ ਤੇ ਨਾ ਮੋਰੇ ਰੋਡ ਦਾ ਡਿਸਟੈਂਸ ਪ੍ਰੋਪਰ ਰੱਖਣ ਦਾ। ਇਹ ਜੇ ਕੋਈ ਨਵੀਂ ਸਬ ਡਿਵੀਜ਼ਨ ਬਣਦੀ ਉੱਥੇ ਬਣਾਉਣ ਜਿੱਦਾਂ ਮਰਜ਼ੀ ਜਿਹੜਾ ਬਣਦਾ ਥੱਲੇ ਗਰਾਜ ਤੇ ਲਿਵਿੰਗ ਰੂਮ ਸਪੋਰਟਸ ਸਟੋਰੀ ਵੀ ਬਣਦੇ ਕਈ ਘਰ ਤੇ ਨਵੀਂ ਸਬ ਡਿਵੀਜ਼ਨ ਚ ਬਣਾਉਣ ਹਾਂਜੀ। ਤੇ ਇਹ ਜੇ ਬਾਕੀ ਦੂਜੀ ਗੱਲ ਵੀ ਆਪਾਂ ਸਾਰਾ ਇਹਨਾਂ ਤੇ ਨਾ ਸਿੱਟੀ ਜਾਈਏ ਸਿੱਟੀ ਵਾਲਿਆਂ ਤੇ ਲੋਕਾਂ ਦੀ ਆਪਣੀ ਇੰਡੀਵਿਜੂਅਲ ਵੀ ਬਣਦੀ ਆ ਕਿ ਜਦ ਦੱਸਣਗੇ ਨਾ ਸ਼ਿਕਾਇਤ ਨਾ ਕਰਨਗੇ ਤਾਂ ਪਤਾ ਕਿੱਦਾਂ ਲੱਗੂ। ਪੂਰੇ ਝੱਟ ਕਰਦੇ ਸਾਡੇ ਨਹੀਂ ਕਰਦੇ। ਅਸੀਂ ਤਾਂ ਇੱਕ ਦੂਜੇ ਇਹਦੇ ਘਰ ਕੋਈ ਨਹੀਂ ਕਰ ਲੈਂਦਾ। ਸਿਟੀ ਨੂੰ ਵੀ ਉਦੋਂ ਹੀ ਪਤਾ ਲੱਗਦਾ ਇੰਨੀ ਵੱਧ ਤੋਂ ਵੱਧ ਸ਼ਿਕਾਇਤ ਜਾਂਦੇ ਕੋਈ ਨਾ ਕਿਤੇ 100 ਤੋਂ 1-2% ਤਾਂ ਉਹਨਾਂ ਨੂੰ ਕੰਨ ਤੇ ਖਾਜ ਹੋਊਗੀ। ਜੇ ਆਪਣੇ ਲੋਕ ਸ਼ਿਕਾਇਤ ਨਹੀਂ ਕਰਦੇ ਵੀ ਇੱਥੇ ਇਲੀਗਲ ਕੰਮ ਹੋ ਰਿਹਾ ਸਾਡਾ ਗਾਂ ਪ੍ਰੋਬਲਮ ਪੈਣੀ ਆ ਸਾਡੇ ਸਕੂਲ ਦੀ ਸਾਡੀ ਪਾਰਕਿੰਗ ਦੀ ਸਾਡੀ ਟ੍ਰੈਫਿਕ ਦੀ। ਤਾਂ ਜੇ ਹਰ ਕੋਈ ਬੰਦਾ ਆਪਣੀ ਐਫਰਟ ਕਰੇ ਤਾਂ ਗੱਲ ਬਣਨੀ। ਇਕੱਲਾ ਆਪਾਂ ਕੌਂਸਲਰਾਂ ਨਾਲ ਸਿੱਟੀ ਜਾਈਏ ਉਹਨਾਂ ਨੂੰ ਸ਼ਿਕਾਇਤਾਂ ਕਰੂ ਵੀ ਸਾਨੂੰ ਆਹ ਚੰਗਾ ਨਹੀਂ ਲੱਗ ਰਿਹਾ ਕੰਮ ਮਾੜਾ ਹੋ ਰਿਹਾ। ਧੰਨਵਾਦ ਜੀ। ਇੱਕ ਹੋਰ ਤੁਹਾਨੂੰ ਸੁਣਨ ਵਾਲਿਆਂ ਨੂੰ ਸਮਝਾਵਾਂ ਜਿਹੜਾ ਕੌਂਸਲਰ ਤੇ ਮੇਅਰ ਵੱਲ ਨਾ ਆਪਾਂ ਆਪਣੇ ਮਨ ਚ ਬਹੁਤ ਆ ਵੀ ਕੌਂਸਲਰ ਹੀ ਪਾਸ ਕਰਦੇ ਆ ਪ੍ਰੋਜੈਕਟ, ਕੌਂਸਲਰ ਹੀ ਫੇਲ ਕਰਦੇ ਆ ਪ੍ਰੋਜੈਕਟ।
ਇਹ ਨਹੀਂ ਕਹਾਣੀ ਹੈ। ਕੌਂਸਲਰ ਕਦੇ ਤੁਸੀਂ ਹੀਅਰਿੰਗ ਤੇ ਜਾ ਕੇ ਵੇਖਿਓ ਕਿਤੇ ਵੀ, ਕੌਂਸਲਰਾਂ ਨੂੰ ਸਟਾਫ ਜਿਹੜਾ ਰეკਮੈਂਡ ਕਰਦਾ, ਉੱਥੇ ਹੀਅਰਿੰਗ 'ਚ ਮੈਨੇਜਰ ਬੈਠੇ ਹੁੰਦੇ ਨੇ, ਬਿਲਡਿੰਗ ਦੇ, ਪਲੈਨਿੰਗ ਦੇ, ਇੰਜੀਨੀਅਰਿੰਗ ਦੇ, ਸਿਟੀ ਮੈਨੇਜਰ ਮੇ ਵੀ, ਤੇ ਫਿਰ ਉੱਥੇ ਗੱਲ ਚੱਲਦੀ ਆ ਜਿਹੜੀ ਹੱਕ 'ਚ ਹੈ, ਜਿਹੜੀ ਅਗੇਂਸਟ ਹੈ, ਜਿਹੜਾ ਕੁਛ ਸਟਾਫ ਰეკਮੈਂਡ ਕਰਦਾ ਜ਼ਿਆਦਾਤਰ ਕੌਂਸਲਰ ਉੱਥੋਂ ਅੱਗੇ ਤੁਰ ਜਾਂਦੇ। ਇਹ ਇੱਕ ਹੋਰ ਸ਼ਹਿਰ 'ਚ ਬਹੁਤ ਕੰਮ ਆ, ਕੌਂਸਲ ਵੱਧ ਗਈ ਤੇ ਸਟਾਫ ਉਹ ਹੈ, ਤੇ ਪਿਛਲੀ ਕੌਂਸਲ ਵਾਲਿਆਂ ਦੇ ਕੰਮ ਹੋਣ ਵਾਲੀ ਕੌਂਸਲ ਨਾਲੋਂ ਵੱਧ ਹੁੰਦੇ ਆ। ਅਗਲੇ ਪੈਸਿਆਂ ਵਾਲੇ ਸ਼ਹਿਰ ਦੇ ਵਿੱਚੋਂ ਮੈਨੇਜਰਾਂ ਨੂੰ ਹਟਾ ਕੇ ਆਪਣੇ ਕੰਮਾਂ ਤੇ ਲੈ ਗਏ। ਸਾਰਾ ਕੁਛ, ਕੋਈ ਇਸ਼ੂ ਹੀ ਨਹੀਂ ਹੈ, ਕੋਈ ਝਾ ਕੇ ਨਹੀਂ ਸਕਦਾ, ਪੈਸਾ ਬਹੁਤ ਹੈ। ਉਹਦੇ ਬਾਅਦ ਸਾਡੇ ਕੋਲ ਪੂਰਾ ਸੋਸ਼ਲ ਮੀਡੀਆ ਟੀਮ ਆ ਜਿਹੜੀ ਫਿਰ ਅਸੀਂ ਘੁਮਾ ਦਿੰਦੇ ਆ ਗੱਲ। ਇਹ ਜਿਹੜੀ ਨਾ ਕਹਾਣੀ ਹੋਰ ਨਹੀਂ ਕੋਈ ਹੈ। ਦੇਖੋ, ਜਿਹਨੇ ਇੱਕ ਘਰ ਬਣਾਉਣਾ ਸਾਰੀ ਜ਼ਿੰਦਗੀ 'ਚ, ਉਹਦਾ 100 ਘਰ ਬਣਾਉਣ ਵਾਲਾ ਕੋਈ ਕੰਪੀਟੀਸ਼ਨ ਨਹੀਂ, ਤੇ ਨਾ ਹੀ ਉਹਨੇ ਕੰਪੀਟੀਸ਼ਨ ਨੂੰ ਕਰਨਾ ਚਾਹੀਦਾ। ਪਰ ਜੇ ਇਹ ਗੱਲ ਚੱਲੇ ਬਾਹਰ ਵੀ ਪੈਸੇ ਵਾਲੇ ਸਾਰਾ ਕੁਝ ਕਰ ਸਕਦੇ ਆ, ਇਹ ਨਹੀਂ ਹੋਣ ਦੇ। ਬਸ ਸਿੰਪਲ ਇਹ ਹੈ, ਗੱਲ ਵਾਲੀ ਜੱਟ ਵਾਲੀ ਕਹਾਣੀ ਹੋ। ਸੁਖੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਆਪਾਂ ਨੂੰ ਤਾਂ ਦੇਖੋ ਜੀ ਹਾਲੇ ਤੱਕ ਭੁੱਲਿਆ ਨਹੀਂ ਜੀ ਉਹ ਜਿਹੜਾ ਆਪਾਂ ਕਲੀਟਨ ਹਿੱਲ ਦੇ ਵਿੱਚ ਕਿੰਨਾ ਰੌਲਾ ਪਿਆ ਸੀ, ਪਾਰਕਿੰਗ ਤੋਂ ਹੀ ਪਿਆ ਸੀ ਜੀ। ਉੱਥੇ ਛੋਟੇ ਛੋਟੇ ਆਪਣੇ ਕੋਚ ਹਾਊਸ ਬਣ ਗਿਆ ਮਗਰ, ਤੇ ਉਹਨਾਂ ਦੇ ਪਾਰਕਿੰਗ ਵੀ ਹੈ ਨਹੀਂ। ਤੇ ਦੂਜਾ ਜੀ ਆਪਣਾ ਜਦੋਂ ਗੁਰਦੁਆਰਾ ਸਾਹਿਬ ਬਣੇ ਜੀ ਆਪਣੇ ਦੁਖਨਿਵਾਰਨ ਸਾਹਿਬ, ਤੁਸੀਂ ਉੱਥੇ ਦੇਖ ਲਓ ਜੀ ਆਪਣੇ ਹੁਣ ਉਹ ਕਿੰਨਾ ਏਰੀਆ ਹੈਗਾ ਉੱਥੇ ਦੇ ਗੁਰਦੁਆਰੇ ਦੀ ਘੱਟੋ ਘੱਟ ਪਾਰਕਿੰਗ ਕਿੰਨੀ ਹੋਣੀ ਚਾਹੀਦੀ ਆ, ਤੇ ਉਹਦੇ ਆਲੇ ਦੁਆਲੇ ਪਲਾਜ਼ਾ ਬਣ ਗਿਆ ਨਾ। ਉਹ ਤੁਸੀਂ ਦੇਖਿਆ ਵੀ ਪਲਾਜ਼ਾ ਉਹ ਚੱਲਿਆ ਹੀ ਨਹੀਂ ਜੀ। ਉਹ ਆਪਣੇ ਉੱਥੇ ਦੁਕਾਨਾਂ ਵਾਲੇ ਰੈਂਟ ਤੇ ਕਰਦੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਪਾਰਕਿੰਗ ਦੀ ਪ੍ਰੋਬਲਮ ਹੈਗੀ ਆ। ਨਹੀਂ ਤਾਂ ਉਹ ਪਲਾਜ਼ਾ ਬਹੁਤ ਵਧੀਆ ਸੀ, ਪਰ ਜੇ ਉਹਨੂੰ ਕਿਸੇ ਤਰ੍ਹਾਂ ਯੂਟੀਲਾਈਜ਼ ਉਹਨੂੰ ਕੀਤਾ ਹੁੰਦਾ ਵੀ ਗੁਰਦੁਆਰੇ ਦੀ ਪਾਰਕਿੰਗ ਆਪਾਂ ਨੂੰ ਘੱਟੋ ਘੱਟ 200 ਜਾਂ 300 ਕਾਰ ਚਾਹੀਦੀ ਆ ਉਹਦੇ ਵਾਸਤੇ, ਪਲੱਸ ਪਲਾਈ ਦੀ ਵੱਖਰੀ ਹੋਣੀ ਚਾਹੀਦੀ ਆ। ਇਹ ਦੋ ਜਿਹੜੀਆਂ ਉਦਾਹਰਨਾਂ ਹੈਗੀਆਂ ਉਹ ਤੋਂ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਪਣੀ ਸਿਟੀ ਕੀ ਸੋਚਦੀ ਆ ਜਾਂ ਕਿੱਦਾਂ ਜਿਹੜੇ ਪੈਸੇ ਵਾਲੇ ਆਪਣੇ ਕੀ ਕਰ ਸਕਦੇ ਆ। ਵੈਂਚੁਅਲੀ ਚਲੋ ਚੱਲਦਾ ਤਾਂ ਹੈਗਾ ਉਹ, ਪਰ ਉਹਨਾਂ ਉਸ ਐਕਸਟ੍ਰੀਮ ਤੇ ਨਹੀਂ ਚੱਲਦਾ, ਆਪਾਂ ਇਹ ਕਹਿ ਸਕਦੇ ਆ। ਪਰ ਉਹ ਹੈ ਲੋਕੇਸ਼ਨ ਬਹੁਤ ਵਧੀਆ ਸੀ। ਤਾਂ ਮੇਰੇ ਦਿਮਾਗ ਦੇ ਵਿੱਚ ਤਾਂ ਇਹ ਦੋ ਉਦਾਹਰਨਾਂ ਸੀਗੀਆਂ। ਤਾਂ ਪਾਰਕਿੰਗ ਦਾ ਜਿਹੜਾ ਦੇਖੋ ਮੇਨ ਆ ਜੀ, ਆਪਾਂ ਜੀ ਹੁਣ ਆਪਾਂ ਆਪਦੇ ਟੈਨੈਂਟ ਨੂੰ ਪਾਰਕਿੰਗ ਨਹੀਂ ਦਿਆਂਗੇ, ਆਪਾਂ ਲੋਕਾਂ ਦੇ ਘਰਾਂ ਦੇ ਮੂਹਰੇ ਆਪਾਂ ਉਹਨੂੰ ਪਾਰਕ ਕਰਾਂਗੇ, ਤੇ ਉਹ ਜਿਹੜੀ ਕਲੇਟਨ ਵਾਲੀ ਉਹ ਸਭ ਤੋਂ ਵੱਡੀ ਉਦਾਹਰਨ ਤਾਂ ਸਾਰੇ ਸਾਹਮਣੇ ਆ ਜੀ। ਮਿਹਰਬਾਨੀ। ਜਿਹੜੀ ਦੇਖੋ ਘਰਾਂ ਦੇ ਵਿੱਚ ਇਹ ਗੱਲ ਜ਼ਿੰਦਗੀ ਦੇ ਅਸੀਂ ਵੀ ਬੇਸਮੈਂਟਾਂ 'ਚ ਰਹੇ ਹਾਂ ਸਾਰਿਆਂ ਨੇ, ਲੀਗਲ ਸਵੀਟਾਂ ਨੇ, 2 ਨੇ ਬਿਲਡਿੰਗ ਦੇ ਵਿੱਚ ਬਣੇ ਹੋਏ ਦੇ ਵਿੱਚ ਲੀਗਲ ਕਰ ਦਿੱਤੀ, ਦੂਜੀ ਬਣ ਗਈ। 3 ਸਟੋਰੀ ਘਰਾਂ 'ਚ ਹੈਗੀਆਂ ਨੇ, 2-2 ਸਵੀਟਾਂ ਨੇ, ਰੱਖੋ ਸਾਰੇ ਠੀਕ ਹੈ। ਪਰ ਜਿਹੜੀ ਹੁਣ ਬਾਹਰਲੇ ਬੰਨੇ ਬਣਾਉਣ ਲੱਗੇ, ਜਿਹੜਾ ਨਵਾਂ ਕੰਮ ਸ਼ੁਰੂ ਹੋਇਆ, ਇਹ ਇੱਕ ਹੁਣ ਆ ਤਾਂ ਪਹਿਲਾਂ ਵੀ ਆਪਾਂ ਗੱਲਾਂ ਕਰਦੇ ਸੀ ਵੀ ਅੱਜ 124 ਤੇ ਇੱਥੇ ਹੋ ਗਈ, ਇੱਥੇ 126 ਵਾਲਾ ਤੇ ਇੱਥੇ ਹੋ ਗਈ, ਆ ਤਾਂ ਹੁਣ ਖਬਰਾਂ ਛਪ ਗਈਆਂ। ਫਿਰ ਇਹਦੇ ਨਾਲ ਵੀ ਸਾਡਾ ਕੀ ਸੁਨੇਹਾ ਜਾਊਗਾ? ਇਧਰੋਂ ਸਕਾਟ ਟੱਪ ਕੇ ਡੈਲਟਾ ਸ਼ੁਰੂ ਹੋ ਜਾਂਦਾ, ਪਰਲੇ ਬੰਨੇ 190-95 ਤੋਂ ਅੱਗੇ ਸ਼ੁਰੂ ਹੋ ਜਾਂਦੇ ਤੁਹਾਡੀ ਲੈਂਗਲੀ। ਸ਼ਹਿਰ ਦੇ ਵਿੱਚ ਜਿਹੜੀ ਗੱਲ ਇਹ ਆ ਵੀ ਜਿਹੜਾ ਡਾਢੇ ਨੇ ਵੀ ਉਹਨਾਂ ਦਾ 27-20 ਆ, ਇਹ ਗੱਲ ਮਾੜੀ ਹੈ। ਜਿਹੜੇ ਇਹਨੂੰ ਲਾ ਦਿਆਂਗੇ, ਇਹਨੂੰ ਅਸੀਂ ਕੈਂਡੀਡੇਟ ਬਣਾਵਾਂਗੇ, ਆਹ ਕੌਂਸਲਰ ਬਣੂ, ਜਾਂ ਕੌਣ ਹੁੰਦੇ ਹੋ ਤੁਸੀਂ ਟੀਮਾਂ ਬਣਾਉਣ ਵਾਲੇ? ਜੇ ਲੋਕ ਰਾਏ ਨਾਲ ਨਾ ਬਣਾ ਲਿਓ, ਖੜਾ ਲਓ। ਜਿਹੜੀਆਂ ਟੀਮਾਂ ਖੜਾਉਂਦੇ ਹੋ ਤੁਸੀਂ, ਗੋਟੀਆਂ ਫਿੱਟ ਕਰਦੇ ਹੋ, ਆਹ ਕਰਾਂਗੇ, ਇਹਨੂੰ ਬਣਾਉ ਮੈਂ, ਇਹਨੂੰ ਬਣਾਉ ਮੈਂ ਹੁੰਦੀ ਫਿਰਦੀ ਆ ਵੀ ਸਿਰਫ ਪੈਸਾ ਤੁਹਾਡੇ ਕੋਲ ਤਾਂ ਤੁਸੀਂ ਸੋਚਦੇ। ਤੇ ਇਹ ਜਿਹੜੀ ਇਸ ਤੇ ਹੁਣ ਇਹ ਆਮ ਲੋਕਾਂ ਨੂੰ ਜਦ ਇਹ ਗੱਲ ਬਾਹਰ ਜਾ ਰਹੀ ਹੈ, ਹਰ ਸਾਲ ਹਰ ਵਾਰ ਇਹ ਨਵੀਂ ਗੱਲ ਬਾਹਰ ਆਉਂਦੀ ਹੈ, ਅਗਲੇ ਇਸ ਗੱਲ ਤੇ ਉਹ ਕਹਿੰਦੇ ਇਹ ਕਿਉਂ ਹੋਊਗਾ, ਇਹ ਕਾਹਦੇ ਲਈ ਹੋਊਗਾ, ਇਹ ਕਿਉਂ ਹੋਊਗਾ। 1:55 ਹੋ ਗਿਆ ਜੀ। ਤੋ ਇਹ ਜਿਹੜੀ ਰਵੀਰਾ ਇੱਕ ਚੱਲਿਆ
ਤੇ ਜਿਹਦੇ ਤੇ ਮੁੜ ਕੇ ਇੱਕੋ ਹੀ ਗੱਲ ਚੱਲ ਰਹੀ ਹੈ ਬਈ ਲਓ ਜੀ ਪੈਸਾ ਤੇ ਪੈਸੇ ਵਾਲਾ ਆਪਣੀ ਮਰਜ਼ੀ ਕਰੂ, ਪੈਸੇ ਵਾਲਾ ਆ ਕਰੂ, ਪੈਸੇ ਵਾਲਾ। ਇਹੀ ਤਾਂ ਕੁਛ ਉੱਥੇ ਦੇਖ ਕੇ ਆਏ, ਛੱਡ ਕੇ ਆਏ ਸੀ। ਜੇ ਲੋਕ ਰਾਏ ਇਕੱਠੀ ਹੋ ਜਵੇ, ਲੋਕ ਇਕੱਠੇ ਹੋ ਜਾਣ, ਉਹ ਫਿਰ ਹੱਲ ਦਿੰਦੇ ਆ। ਮਾਲਵੇ ਦਾ ਇੱਕ ਉਹ ਕਹਿੰਦੇ ਨੇ ਜਗਰਾਉਂ ਦੇ ਨੇੜੇ ਦਾ, ਪਰ ਕਨਫਰਮ ਨਹੀਂ, ਕਹਿੰਦੇ ਜੱਟ ਨੇ ਮੰਡੀ ਜਾ ਕੇ ਰੌਲਾ ਪਾ ਦੇਣਾ, ਲਲਕਰੇ ਮਾਰਨੇ, ਦਰਾਂ ਦੇ ਮੂਹਰੇ ਬਾਣੀਆਂ ਦੇ ਮੱਗੇ ਕੱਢਣੇ, ਦੋਲਾ ਪਿਛਾ ਊਠ ਬਿਠਾਉਣਾ, ਲਿਆਓ ਜਲੇਬੀਆਂ ਊਠ ਨੂੰ ਪਾਉਣ ਵਾਲੇ, ਮੈਨੂੰ ਲਿਆ ਬੋਤਲ ਮੰਗਾ ਤੇ ਜੇ ਤੇ ਬੋ। ਉਹ ਲਾਲੇ ਵਿਚਾਰੇ ਬਾਣੀਆਂ ਔਖੇ ਕਰੀ ਜਾਇਆ ਕਰਨ। ਭੰਜ ਇੱਕ ਤਕੜਾ ਸੀਰੀ ਖੜਾ ਸੀ, ਉਹ ਕਹਿੰਦਾ ਕੀ ਹੋ ਗਿਆ ਲਾਲਾ ਜੀ? ਕਹਿੰਦਾ ਯਾਰ ਜੱਟ ਨੇ ਬਹੁਤ ਤੰਗ ਕੀਤੀ। ਇਹ ਕਹਿੰਦਾ 100 ਬਿੱਗੇ ਮੇਰੇ ਕੋਲ, ਜੇ ਬਿੱਗੇ ਤੇ ਆਹ ਕਰੋ, ਹਰ ਰੋਜ਼ ਆਉਂਦਾ, ਕਹਿੰਦਾ ਕੱਲ ਨੂੰ ਆ ਲੈਣ ਦੇ। ਆ ਕੇ ਜਦ ਬੋਤਾ ਬਿਠਾ ਕੇ ਹਿਸ਼ ਕਰਕੇ ਕਹਿੰਦਾ ਲਿਆਓ ਜਲੇਬੀਆਂ ਦਾ ਟੋਕਰਾ, ਲਿਆ ਬੋਤਲ ਲਾ ਲਿਆ ਜੇ ਤੇ ਬੋ। ਪਹਿਲਾਂ ਤਾਂ ਬਾਹਰ ਬੋਤੇ ਦੇ ਛੱਡੀ ਡਾਂਗ ਦਾ, ਜੱਟ ਨਿਕਲਿਆ 2 ਮੋਰਾਂ ਚ ਉਹਦੇ ਮਾਰੀ। ਕਹਿੰਦਾ ਤੇਰੇ ਕੋਲ ਤਾਂ 100 ਬਿੱਗਾ, ਮੇਰੇ ਕੋਲ ਰੂੜੀ ਵਾਲਾ ਵੀ ਤੋਆ ਨਹੀਂ, ਭੱਜ ਕੇ ਦਿਖਾ। ਪੈਸਾ ਆਪਣੀ ਜਗ੍ਹਾ ਹੈ, ਪੈਸੇ ਦੀ ਖੁਸ਼ਾਮਦ ਕਰਨ ਵਾਲੇ ਹੋਣਗੇ, ਪਰ ਹਰ ਮਿੱਟੀ ਆ ਜਿਹੜੀ ਉਹ ਕੁੱਟਿਆ ਨਹੀਂ ਭੁਰਦੀ, ਹਰ ਫੱਟੜ ਜਿਹੜਾ ਚਿਹਰਾ ਉਹ ਝੁਕਦਾ ਨਹੀਂ। ਆਮ ਲੋਕਾਂ ਨੂੰ ਕਿਸੇ ਦੇ ਪੈਸੇ ਤੋਂ ਕੀ ਭਾਅ? ਜਿਹਨੇ 8 ਤੋਂ 8 ਤੱਕ ਕਮਾ ਕੇ ਖਾਣਾ 6 ਦਿਨ, ਕਾਇਮ ਹੋ ਕੇ ਥੋੜਾ ਜਿਹਾ ਰਹਿਣਾ ਪੈਂਦਾ, ਕਾਇਮ ਹੀ ਰਹੋ। ਨਹੀਂ ਅਸੀਂ ਗਲਤ, ਸਾਡਾ ਸ਼ਹਿਰ, ਅਸੀਂ ਪਿੰਡ ਦੇ ਵਿੱਚ ਆਪਾਂ ਰਹਿੰਦੇ ਹੁੰਦਾ ਸੀ ਨਾ ਇੱਕ ਏਰੀਆ ਘਰ ਦੇ ਆਲੇ ਦੁਆਲੇ ਵੀ, ਇੱਧਰ ਨੂੰ 50 ਮੀਟਰ ਇੱਧਰ, ਅਗਲਾ ਕਹਿੰਦਾ ਇੱਥੇ ਨਾ ਬੋਲਿਓ, ਉੱਥੇ ਤੇ ਪਿਆ ਲੈ ਕੇ, ਆਹ ਬਾਈ ਦਾ ਘਰ ਆ ਸਾਡੇ ਦਾ, ਆਹ ਜਵਾਰਾ ਬਾਈ ਦਾ ਘਰ। ਇਹ ਵੀ ਇੱਥੇ ਵੀ ਇਹ ਗੱਲ ਹੋਣੀ ਚਾਹੀਦੀ ਹੈ, ਲੋਕ ਰਾਏ ਕਾਇਮ ਹੋਣੀ ਚਾਹੀਦੀ ਹੈ ਵੀ ਸਾਨੂੰ ਕੋਈ ਰਾਜਨੀਤਿਕ ਦਾ ਚੇਲਾ ਚੜੱਪਾ ਵੇਚ ਨਹੀਂ ਸਕਦਾ। ਫਿਰ ਮੂੰਹ ਮਹਾਂਦਰਾ ਜਿਹੜਾ ਬਦਲੂਗਾ। ਕੱਲ ਨੂੰ ਮੁੜਦਾ 12:30 ਵਜੇ।